ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗਾ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ। ਬੰਦੋ ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਕਾਲੂ ਚਾਊ ਬੰਮੀਆਂ ਗੋਇੰਦ ਘੇਈ ਆਨ। ਮੂਲਾ ਹੇਮਕ ਪਾਹੀਆ ਧਾਰੋ ਸੂਰ ਮਹਾਨ। ਕਾਲੂ ਚਾਊ ਬੰਮੀਆਂ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਆਪਾਂ ਸਾਰੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਗੁਰੂ ਜੀ ਵੱਲ ਵੇਖੀਏ ਦੋਵੇਂ ਹੱਥ ਜੋੜੀਏ ਸਿਰ ਝੁਕਾਈਏ ਆਖੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਬੈਠੇ ਹਾਂ। ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ। ਆਓ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਬੜੇ ਪਿਆਰ ਨਾਲ ਸਰਵਣ ਕਰਦੇ ਹੋ। ਗੁਰੂ ਸਾਹਿਬ ਜੀ ਦੇ ਕੋਲ ਸਿੱਖ ਆਉਂਦੇ ਆ ਆਪਣੇ ਆਪਣੇ ਮਨ ਦੀਆਂ ਗੱਲਾਂ ਦੱਸਦੇ ਆ। ਮਹਾਰਾਜ ਉਹਨਾਂ ਦੀਆਂ ਗੱਲਾਂ ਸੁਣ ਕੇ ਬਚਨ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰਦੇ ਹਨ। ਜਿਹੜੇ ਭਗਤੀ ਦੇ ਵਿੱਚ ਰੁਕ ਗਏ ਆ ਸਤਿਗੁਰੂ ਜੀ ਉਹਨੂੰ ਅੱਗੇ ਤੋਰ ਦਿੰਦੇ ਆ ਜੀ। ਗੁਰੂ ਜੀ ਮਿਹਰ ਕਰਦੇ ਆ ਬਖਸ਼ਿਸ਼ ਕਰਦੇ ਆ। ਗੁਰਸਿੱਖਾਂ ਦੇ ਪ੍ਰਸੰਗ ਤੁਸੀਂ ਸੁਣੇ। ਵਿਸਾ ਗੋਪੀ ਤੁਲਸੀਆ ਭਾਰਦਵਾਜੀ ਬ੍ਰਿਪ ਵਿਪਰ ਗੋਇੰਦ ਘੇਈ ਭਾਈੜਾ ਆਏ ਕਰ ਮਿਲੇ ਛੇਪਰ। ਇਹ ਸਿੱਖ ਮਹਾਰਾਜ ਜੀ ਦੇ ਕੋਲ ਆਏ ਸੀ। ਭਾਈ ਵਿਸਾ ਜੀ ਭਾਈ ਗੋਪੀ ਜੀ ਭਾਈ ਤੁਲਸੀਆ ਜੀ। ਇਹਨਾਂ ਨੇ ਭਗਤ ਨਾਮਦੇਵ ਜੀ ਦੀ ਪੰਗਤੀਆਂ ਦੋ ਪੁੱਛੀਆਂ ਸਨ ਜੀ।
ਉਹ ਤੁਸੀਂ ਸਾਰਾ ਪ੍ਰਸੰਗ ਸੁਣ ਲਿਆ ਸੀ, ਕਥਾ ਸੁਣ ਲਈ ਸੀ। ਹੁਣ ਅੱਜ ਵਾਲਾ ਪ੍ਰਸੰਗ ਸੁਣੀਏ। ਸਾਰੇ ਆਖੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਕਾਲੂ ਚਾਉ ਬੰਮੀਆਂ ਗੋਇੰਦ ਘੇਈ ਆਨ। ਭਾਈ ਕਾਲੂ ਬੱਬੀਆਂ ਜੀ, ਭਾਈ ਚਾਊ ਬੰਮੀਆਂ ਜੀ ਤੇ ਭਾਈ ਗੋਇੰਦ ਘੇਈ ਜੀ, ਇਹ ਨਾਮ ਨੇ ਜੀ ਸਿੱਖਾਂ ਦੇ। ਭਾਈ ਕਾਲੂ ਜੀ, ਭਾਈ ਚਾਊ ਜੀ, ਭਾਈ ਗੋਇੰਦ ਜੀ। ਹਾਂਜੀ। ਮੂਲਾ ਹੇਮ ਕਪਾਹੀਆ ਧਾਰੋ ਸੂਰ ਮਹਾਨ। ਭਾਈ ਮੂਲਾ ਜੀ, ਭਾਈ ਹੇਮ ਕਪਾਹੀਆ ਜੀ, ਇਹ ਯੋਧੇ ਨੇ, ਸੂਰਮੇ ਨੇ ਜੀ। ਸੰਗਤ 'ਚ ਬੜੇ ਤਰ੍ਹਾਂ ਦੇ ਬੰਦੇ ਆਉਂਦੇ ਆ ਜੀ। ਕਈ ਭਲਵਾਨ ਹੁੰਦੇ ਆ, ਕਈ ਮੇਰੇ ਵਰਗੇ ਮਾੜੇ ਜਿਹੇ ਸਰੀਰ ਦੇ ਹੁੰਦੇ ਆ ਜੀ। ਇਹ ਭਲਵਾਨ ਨੇ ਜੀ, ਸੂਰਮੇ ਨੇ, ਯੋਧੇ ਨੇ ਜੀ। ਹਾਂਜੀ। ਕਈ ਸਾਡੇ ਨਿਹੰਗ ਸਿੰਘ ਵਾਂਗੂ ਤਗੜੇ ਹੁੰਦੇ ਆ ਜੀ, ਭਲਵਾਨ, ਤੇ ਕਈ ਮੇਰੇ ਵਰਗੇ ਮਾੜੇ ਜਿਹੇ ਹੁੰਦੇ ਆ ਜੀ। ਇਹ ਭਲਵਾਨ ਨੇ ਜੀ। ਹਾਂਜੀ। ਚੌਪਈ ਛੱਜੂ ਨਿਹਾਲੂ ਦੋਨੋਂ ਭਲੇ। ਇੱਕ ਨੇ ਭਾਈ ਛੱਜੂ ਭਲਾ ਜੀ। ਹਾਂਜੀ। ਦੂਜੇ ਭਾਈ ਨਿਹਾਲੂ ਭਲਾ ਜੀ। ਹਾਂਜੀ। ਹੁਤੋ ਕੋਹਲੀ ਰਾਮੂ ਮਿਲੇ। ਭੱਲੇ ਨੇ ਭੱਲੇ ਜੀ। ਹਾਂਜੀ। ਇੱਕ ਹੈ ਭਾਈ ਰਾਮੂ ਕੋਹਲੀ ਜੀ। ਹਾਂਜੀ। ਤੁਲਸਾ ਵਹੁਰਾ ਸਾਈਂ ਦਿੱਤਾ। ਭਾਈ ਤੁਲਸਾ ਵਹੁਰਾ ਜੀ, ਭਾਈ ਸਾਈਂ ਦਿੱਤਾ ਜੀ। ਹਾਂਜੀ। ਆਕੁਲ ਅਰ ਦਮੋਦਰ ਮਿੱਤਾ। ਭਾਈ ਆਕੁਲ ਜੀ, ਗੁਰੂ ਘਰ ਦੇ ਬੜੇ ਸਤਿਕਾਰਯੋਗ ਇਹ ਸਿੱਖ ਨੇ ਜੀ। ਭਾਈ ਆਕੁਲ ਜੀ ਹੋਏ ਨੇ ਜੀ। ਭਾਈ ਦਮੋਦਰ ਜੀ, ਆਕੁਲ ਤੇ ਦਮੋਦਰ ਦੋਵੇਂ ਮਿੱਤਰ ਨੇ ਬੜੇ ਗਾੜੇ ਜੀ। ਹਾਂਜੀ। ਵਿਗਹੇ ਮਲ ਅਰ ਆਵਲ ਭਾਨਾ। ਭਾਈ ਵਿਗਹੇ ਮਲ ਜੀ ਤੇ ਭਾਈ ਆਵਲ ਭਾਨਾ ਜੀ। ਹਾਂਜੀ। ਬੁੱਧੂ ਛੀਂਬਾ ਆਏ ਸੁਜਾਨਾ। ਭਾਈ ਬੁੱਧੂ ਛੀਂਬਾ ਜੀ ਤੇ ਅੱਗੇ ਪੜੋ। ਭਿੱਖਾ ਟੋਡਾ ਜੁਗ ਭਟ ਅਹੇ। ਤੇ ਦੋ ਫੇਰ ਆ ਗਏ ਜੀ। ਹਾਂਜੀ। ਇਹ ਭਾਈ ਭਿੱਖਾ ਟੋਡਾ ਜੀ, ਜੁਗ ਭਟ ਹੈ। ਇਹ ਦੋਵੇਂ ਜਿਹੜੇ ਵੀ ਭਲਵਾਨ ਨੇ ਜੀ, ਚੰਗੇ ਸਿਹਤ ਦੇ। ਹਾਂਜੀ। ਤਿੰਨ ਸੰਗ ਮਿਲੇ ਜੋ ਖੋੜਸ ਕਹੇ। ਇਹ 16 ਪਹਿਲਾਂ ਸਿੱਖਾਂ ਦਾ ਨਾਮ ਲਿਆ ਜੀ। ਇਹ 16 ਤੇ 2 ਕਿੰਨੇ ਹੁੰਦੇ ਆ? 18। 18 ਜਣੇ ਨੇ ਤੇ ਲਗਭਗ 18 ਹੀ ਭਲਵਾਨ ਨੇ ਜੀ। ਸੂਰਮੇ ਨੇ, ਯੋਧੇ ਨੇ, ਰਣਨੀਤੀ ਨੂੰ ਸਮਝਣ ਵਾਲੇ ਨੇ। ਹਾਂਜੀ। ਸਭ ਸੁਲਤਾਨਪੁਰੇ ਕੇ ਵਾਸੀ। ਕਿੱਥੋਂ ਦੇ ਰਹਿਣ ਵਾਲੇ ਨੇ? ਸੁਲਤਾਨਪੁਰ ਲੋਧੀ ਦੇ ਜੀ। ਹਾਂਜੀ। ਚੱਲ ਆਏ ਸ਼੍ਰੀ ਅਰਜਨ ਪਾਸੀ। ਆਏ ਨੇ ਹਜੂਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਨੇ। ਬੰਦਨ ਕੀ ਨਾ ਕਮਲ ਸਮ ਪਾਇਨ। ਤੇ ਚਰਨਾ ਕਮਲਾਂ ਤੇ ਮੱਥਾ ਟੇਕਿਆ ਜੀ, ਨਮਸਕਾਰ ਕੀਤੀ। 18 ਨੇ। ਆਪਾਂ ਵੀ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹਨਾਂ ਨੇ ਨਮਸਕਾਰ ਕੀਤੀ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ। ਹਾਂਜੀ। ਯਥਾ ਸ਼ਕਤ ਧਰ ਅਗਰ ਉਪਾਇਨ। ਤੇ ਜੋ ਇਹਨਾਂ ਦੀ ਪਹੁੰਚ ਸੀਗੀ ਜੀ, ਉਹ ਭੇਟਾਵਾਂ ਇਹਨਾਂ ਨੇ ਮਹਾਰਾਜ ਜੀ ਦੇ ਚਰਨਾਂ 'ਚ ਰੱਖੀਆਂ ਜੀ। ਸੁਲਤਾਨਪੁਰ ਦੇ ਰਹਿਣ ਵਾਲੇ 18 ਜਣੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਜੀ। ਹਾਂਜੀ। ਹਾਥ ਜੋਰ ਅਰਦਾਸ ਉਚਾਰੀ। ਫਿਰ ਹੱਥ ਜੋੜੇ ਇਹਨਾਂ ਨੇ, ਹੱਥ ਜੋੜ ਕੇ ਅਰਦਾਸ ਕੀਤੀ। ਹਮ ਸਿੱਖ ਸਭ ਗੁਰ ਅਮਰ ਅਗਾਰੀ। ਹੇ ਸੱਚੇ ਪਾਤਸ਼ਾਹ, ਅਸੀਂ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਸਿੱਖ ਹਾਂ। ਗੱਜ ਕੇ ਆਖੋ। ਪੁਰਾਣੇ ਸਿੱਖ ਤੁਰੇ ਆ ਰਹੇ ਜੀ। ਹਾਂਜੀ। ਉਪਦੇਸ਼ਿਓ ਹਮਕੋ ਬਿਦ ਏਵਾ। ਹਾਂਜੀ। ਧਰਮ ਕਿਰਤ ਕਰ ਸਿੱਖਨ ਸੇਵਾ। ਤੇ ਸਾਨੂੰ ਗੁਰੂ ਅਮਰਦਾਸ ਜੀ ਨੇ ਉਪਦੇਸ਼ ਦਿੱਤਾ ਹੈ। ਕੀ ਉਪਦੇਸ਼ ਦਿੱਤਾ ਹੈ? ਧਰਮ ਦੀ ਕਿਰਤ ਕਰਨੀ ਹੈ ਤੇ ਧਰਮ ਦੀ ਕਿਰਤ ਕਰਨ ਦੇ ਨਾਲ ਨਾਲ ਗੁਰਸਿੱਖਾਂ ਦੀ ਸੇਵਾ ਵੀ ਕਰਨੀ ਹੈ। ਮਹਾਰਾਜ ਅਸੀਂ ਅੱਜ ਦੇ ਨਹੀਂ, ਪੁਰਾਣੇ ਸਿੱਖ ਹਾਂ। ਸਾਨੂੰ ਗੁਰੂ ਅਮਰਦਾਸ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਹਾਂਜੀ। ਮਿੱਠਾ ਬੋਲਣ ਆਰ ਮਨ ਨੀਵਾ। ਹਾਂਜੀ। ਪਾਛਲ ਨਿਸ ਇਸ਼ਨਾਨ ਸਦੀਵਾ। ਮਿੱਠਾ ਬੋਲਣ ਦਾ, ਮਨ ਨੀਵਾ ਰੱਖਣ ਦਾ, ਅੰਮ੍ਰਿਤ ਵੇਲੇ ਜਾਗਣ ਦਾ, ਇਸ਼ਨਾਨ ਕਰਨ ਦਾ ਉਪਦੇਸ਼ ਦਿੱਤਾ ਸਾਨੂੰ ਮਹਾਰਾਜ ਨੇ।
ਭੋਰ ਹੋਤ ਲਗ ਪਠ ਗੁਰਬਾਣੀ। ਫਿਰ ਮਹਾਰਾਜ ਨੇ ਸਾਨੂੰ ਕਿਹਾ ਵੀ ਦਿਨ ਚੜ੍ਹਨ ਤੱਕ ਬਾਣੀ ਪੜ੍ਹਦੇ ਰਹਿਣਾ ਜੀ, ਬਾਣੀ ਦਾ ਪਾਠ ਕਰਦੇ ਰਹਿਣਾ ਜੀ। ਹਾਂਜੀ, ਬਾਹਰ ਕਿਰਤ ਕੀਜੈ ਹਿਤ ਠਾਨੀ। ਫਿਰ ਦੁਨੀਆ ਦਾ ਕੰਮ ਧੰਦਾ ਕਰਨਾ ਜੀ। ਬੜੇ ਗੁਰਸਿੱਖਾਂ ਦਾ ਹੁਣ ਵੀ ਨੇਮ ਹੈ, ਸਭ ਤੋਂ ਪਹਿਲਾ ਕੰਮ ਉੱਠ ਕੇ ਸੰਗਤ ਜੀ ਉਹ ਰੱਬ ਦਾ ਹੀ ਕਰਦੇ, ਨਾਮ ਲੈਂਦੇ ਜੀ। ਫਿਰ ਦੁਨੀਆਦਾਰੀ ਸ਼ੁਰੂ ਕਰਦੇ, ਦੁਨੀਆ ਦੇ ਕੰਮਾਂ ਨੂੰ ਫਿਰ ਹੱਥ ਲਾਉਂਦੇ ਜੀ ਉਹ। ਹਾਂ, ਤਿਸੀ ਪ੍ਰਕਾਰ ਕਰਤ ਹਮ ਰਹੇ। ਵੇਖੋ ਕਿੰਨੇ ਭਾਗਾਂ ਵਾਲੇ ਨੇ ਜੀ ਇਹ। ਹਾਂਜੀ, ਅੰਮ੍ਰਿਤ ਵੇਲੇ ਵੀ ਉੱਠਦੇ ਆ, ਧਰਮ ਦੀ ਕਿਰਤ ਕਰਦੇ ਆ, ਸਿੱਖਾਂ ਦੀ ਸੇਵਾ ਕਰਦੇ ਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ, ਦਿਨ ਚੜ੍ਹਦੇ ਤੱਕ ਬਾਣੀ ਦਾ ਪਾਠ ਕਰਦੇ ਆ। ਹਾਂਜੀ, ਤਉ ਸ਼ਾਂਤ ਨਹਿ ਮਨ ਕੋ ਲਹੇ। ਇੱਥੇ ਕੰਮ ਗੜਬੜ ਹੋ ਜਾਂਦੀ ਜੀ, ਗੱਜ ਕੇ ਆਖੋ ਵਾਹਿਗੁਰੂ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਾਡਾ ਮਨ ਸ਼ਾਂਤ ਨਹੀਂ ਹੈਗਾ। ਮਹਾਰਾਜ ਥੋੜੇ ਪਰਾਂ ਹੋ ਕੇ ਬੈਠੋ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਾਡਾ ਮਨ ਸ਼ਾਂਤ ਨਹੀਂ ਹੈਗਾ ਜੀ। ਸੰਗਤ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਧਾਰਮਿਕ ਪੁਰਸ਼ ਵੇਖੇ ਹੋਣਗੇ, ਧਰਮ ਦੇ ਕੰਮ ਤੇ ਬੜੇ ਕਰਦੇ, ਮਨ ਸ਼ਾਂਤ ਨਹੀਂ ਹੈਗੇ ਉਹਨਾਂ ਦੇ, ਕਲਪਦੇ ਹੀ ਰਹਿੰਦੇ ਜੀ, ਕਲਪਦੇ ਹੀ ਰਹਿੰਦੇ ਜੀ। ਹਾਂਜੀ, ਕਿਰਪਾ ਕਰਹੁ ਅਬ ਦੇਹੋ ਉਪਦੇਸ਼। ਤੇ ਸੱਚੇ ਪਾਤਸ਼ਾਹ ਸਾਡਾ ਮਨ ਸ਼ਾਂਤ ਕਿਉਂ ਨਹੀਂ ਹੈਗਾ? ਤੁਸੀਂ ਅੰਦਾਜ਼ਾ ਲਾਓ, ਦਵਾਈ ਬੰਦਾ ਖਾ ਰਿਹਾ ਫਿਰ ਵੀ ਬਿਮਾਰ ਹੈ, ਕੋਈ ਨਾ ਕੋਈ ਤੇ ਗੱਲ ਹੋਏਗੀ ਜੀ। ਹੇ ਮਹਾਰਾਜ, ਅਸੀਂ ਤੁਹਾਡੇ ਕੋਲ ਆਏ ਆ, ਸਾਡੇ ਤੇ ਮਿਹਰ ਕਰੋ। ਹੁਣ ਵੇਖੋ ਨਾ ਜੀ, ਗੁਰੂ ਨੇ ਇਹ ਤੇ ਕਹਿਣਾ ਵੀ ਅੰਮ੍ਰਿਤ ਵੇਲੇ ਉੱਠਿਆ ਕਰੋ, ਨਾਮ ਜਪਿਆ ਕਰੋ। ਤੇ ਕੋਈ ਆਖੇ ਮਹਾਰਾਜ ਮੈਂ ਅੰਮ੍ਰਿਤ ਵੇਲੇ ਉੱਠਦਾ, ਨਾਮ ਜਪਦਾ, ਫਿਰ ਵੀ ਮੇਰਾ ਮਨ ਸ਼ਾਂਤ ਨਹੀਂ ਹੈਗਾ, ਤੇ ਫਿਰ ਕੀ ਬਣੇ ਜੀ ਉਹਦਾ? ਜਿਸ ਤੇ ਮਨ ਹੋਏ ਸ਼ਾਂਤ ਵਿਸ਼ੇਸ਼। ਸੱਚੇ ਪਾਤਸ਼ਾਹ ਹੁਣ ਸਾਨੂੰ ਉਪਦੇਸ਼ ਕਰੋ, ਸਾਡਾ ਮਨ ਸ਼ਾਂਤ ਹੋਵੇ ਮਹਾਰਾਜ, ਸਾਡੇ ਮਨ 'ਚ ਸ਼ਾਂਤੀ ਆਵੇ, ਮਨ ਟਿਕਾਓ ਵਿੱਚ ਆਵੇ। ਸੰਗਤ ਜੀ, ਆਪਣੇ ਆਪ 'ਚ ਬੰਦਾ ਅੰਦਾਜ਼ਾ ਲਾ ਕੇ ਵੇਖਦਾ ਹੀ ਰਵੇ, ਬੜੇ ਬੜੇ ਸਾਲ ਹੋ ਗਏ ਲੱਗਿਆਂ ਨੂੰ, ਕੋਈ ਸ਼ਾਂਤੀ ਨਹੀਂ, ਕੋਈ ਟਿਕਾਓ ਨਹੀਂ। ਹਾਂਜੀ, ਸ਼੍ਰੀ ਅਰਜਨ ਸੁਨ ਬਾਕ ਬਖਾਨਾ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਿਰ ਉਹਨਾਂ 18 ਜਣਿਆਂ ਨੂੰ ਕਹਿਣ ਲੱਗੇ ਜੀ। ਰਾਜ ਤਮ ਗੁਣ ਜੇ ਤਿਆਗ ਨਹਿ ਨਾਨਾ। ਮਹਾਰਾਜ ਕਹਿੰਦੇ ਭਗਤੀ ਤੇ ਕਰਦੇ ਹੋ, ਸਿੱਖਾਂ ਦੀ ਸੇਵਾ ਵੀ ਕਰਦੇ ਹੋ, ਰਜੋ ਗੁਣ ਤਮੋ ਗੁਣ ਸਤੋ ਗੁਣ ਛੱਡਿਆ ਹੀ ਨਹੀਂ। ਹਾਂਜੀ, ਹਿਰਦੈ ਸ਼ਾਂਤ ਕੀ ਗੁਣ ਨਹਿ ਧਾਰੋ। ਤੇ ਫਿਰ ਤੁਹਾਡੇ ਹਿਰਦੇ 'ਚ ਸ਼ਾਂਤੀ ਨਹੀਂ ਆਏਗੀ। ਹਾਂਜੀ, ਮਨ 'ਚ ਸ਼ਾਂਤੀ ਵਾਲੇ ਗੁਣ ਧਾਰਨ ਕਰਨੇ ਪੈਣੇ ਆ ਜੀ। ਹਾਂਜੀ, ਤਉ ਲਗ ਸ਼ਾਂਤ ਨਾ ਭਲੇ ਵਿਚਾਰੋ। ਜਿੰਨਾ ਚਿਰ ਤੱਕ ਸ਼ਾਂਤੀ ਦੇ ਗੁਣ ਨਹੀਂ ਨਾ ਧਾਰਨ ਕਰਦੇ, ਮਨ ਸ਼ਾਂਤ ਨਹੀਂ ਹੋਣਾ ਜੀ। ਬੜੇ ਬੜੇ ਨਾਮ ਜਪਦੇ ਹੋਏ ਬੰਦੇ ਕਲਪਦੇ ਵੇਖੇ ਗਏ ਜੀ। ਜਵਾਨੀ 'ਚ ਅਕਸਰ ਹੀ ਇੰਝ ਹੁੰਦਾ ਜੀ, ਨੌਜਵਾਨ ਬੱਚੇ ਮਿਲਦੇ, ਬੜੀ ਬੜੀ ਬਾਣੀ ਦਾ ਪਾਠ ਵੀ ਕਰਦੇ, ਫਿਰ ਵੀ ਕਲਪਦੇ, ਕੋਈ ਨਾ ਕੋਈ ਵਿਕਾਰ ਘੇਰ ਲੈਂਦਾ ਜੀ ਆ ਕੇ ਜੀ। ਹੁਣ ਮਹਾਰਾਜ ਉਹ ਸਾਰੀ ਗੱਲ ਖੋਲਣਗੇ ਜੀ। ਹਾਂਜੀ, ਸੁਨ ਸਿੱਖਨ ਗੁਰ ਬੂਝਨ ਕਰੇ। ਸਿੱਖਾਂ ਨੇ ਜਦੋਂ ਸੁਣਿਆ, 18 ਜਾਣਿਆਂ ਨੇ, ਤੁਸੀਂ ਵੀ ਸੁਣਿਆ, ਤੁਸੀਂ ਸੋਚਿਆ ਹੋਣਾ ਵੀ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਕੀ ਹੁੰਦੇ ਨੇ? ਹਾਂਜੀ, ਗੁਣਨ ਪ੍ਰੀਖਿਆ ਹਮ ਕਿਮ ਧਰੇ। ਸੱਚੇ ਪਾਤਸ਼ਾਹ ਮਹਾਰਾਜ ਸ਼ਾਂਤ ਕੀ ਗੁਣਾਂ ਦੀ ਤੁਸੀਂ ਗੱਲ ਕੀਤੀ ਹੈ ਵੀ 7 ਗੁਣ ਧਾਰੋ ਆਪਣੇ ਅੰਦਰ, ਸ਼ਾਂਤੀ ਵਾਲੇ ਗੁਣ ਧਾਰੋ। ਤੇ ਮਹਾਰਾਜ ਸਾਨੂੰ ਤੇ ਇੰਨੀ ਵੀ ਨਹੀਂ ਸਮਝ ਆਏਗੀ। ਚੇਤਾ ਰੱਖਿਓ, ਸਿਆਣਾ ਬੰਦਾ ਕੁਝ ਦੇ ਰਿਹਾ ਹੋਵੇ ਤੇ ਲੈਣ ਵਾਲੇ ਨੂੰ ਲੈਣ ਦੀ ਅਕਲ ਹੋਵੇ, ਉਹ ਬਹੁਤ ਕੁਝ ਲੈ ਸਕਦਾ ਜੀ, ਬਹੁਤ ਕੁਝ ਲੈ ਸਕਦਾ। ਤੇ ਜਿਹਨੂੰ ਲੈਣ ਦੀ ਅਕਲ ਨਾ ਹੋਵੇ, ਕਈ ਵਾਰੀ ਬੰਦਾ ਦਿੰਦੇ ਵੀ ਹੱਥ ਪਿੱਛੇ ਖਿੱਚ ਲੈਂਦਾ ਜੀ। ਇਹ ਬੜੇ ਸਿਆਣੇ ਨੇ ਜੀ।
ਇਹਨਾਂ ਉਸੇ ਵੇਲੇ ਮਹਾਰਾਜ ਨੂੰ ਪੁੱਛਦਾ, ਮਹਾਰਾਜ ਅੱਗੋਂ ਵੀ ਦੱਸ ਦਿਓ ਫਿਰ। ਹਾਂਜੀ ਸ਼੍ਰੀ ਮੁਖ ਤੇ ਕਹਿ ਸੁਨਦੇ ਮਨ ਹੈ। ਹਾਂ, ਆਖੋ ਸਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਸ਼੍ਰੀ ਮੁਖ ਕਹਿ ਸੁਨ ਦੇ ਮਨ ਹੈ। ਮਹਾਰਾਜ ਕਹਿੰਦੇ ਫਿਰ ਮਨ ਲਾ ਕੇ ਸੁਣੋ ਸਾਡੀ ਗੱਲ। ਕਹਿਣ ਲੱਗੇ ਸੰਗਤ ਜੀ ਅੱਜ ਸੁਣਿਆ, ਇੱਥੇ ਵਸਾ ਲਈਏ ਵੀ ਇਹ ਜੋ ਮਹਾਰਾਜ ਕਹਿ ਰਹੇ ਬਹੁਤੀਆਂ ਨਹੀਂ, ਇੱਕ ਗੱਲ ਹੀ ਕਮਾਉਣੀ ਆਪਾਂ। ਹਾਂਜੀ ਹਿੰਸਾ ਕ੍ਰੋਧ ਤਾਮਸੀ ਗੁਣ ਹੈ। ਮਹਾਰਾਜ ਕਹਿਣ ਲੱਗੇ ਸੁਣ ਲਓ, ਪਾਠ ਕੀਤਾ, ਅੰਮ੍ਰਿਤ ਵੇਲੇ ਉੱਠੇ, ਹਿੰਸਾ ਕੀਤੀ, ਦੂਜੇ ਨੂੰ ਮਾਰਿਆ ਤੇ ਕ੍ਰੋਧ ਕੀਤਾ, ਇਹ ਤਮੋ ਗੁਣ ਨੇ, ਤਮੋ ਗੁਣ ਜੀ। ਹਾਂਜੀ ਕਰਨੋ ਲੋਭ ਹਿਰਦੈ ਅਭਿਮਾਨ। ਕਰਨੋ ਲੋਭ ਹਿਰਦੈ ਅਭਿਮਾਨ। ਫਿਰ ਲੋਭ ਕਰਨਾ ਜੀ, ਲਾਲਚ ਕਰਨਾ ਜੀ। ਬੜੇ ਬੜੇ ਲਾਲਚੀ ਪਰਾਂ ਪਰਾਂ ਦੇ ਤੁਰੇ ਫਿਰਦੇ, ਕੰਨਾਂ ਨੂੰ ਹੀ ਹੱਥ ਲੱਗਦੇ ਜੀ। ਹਾਂਜੀ ਲਾਲਚ ਟਿਕਣ ਨਹੀਂ ਦਿੰਦਾ, ਧਾਰਮਿਕ ਬੰਦਿਆਂ ਨੂੰ ਨਹੀਂ ਟਿਕਣ ਦਿੰਦਾ ਜੀ। ਇਹਨਾਂ ਦਾ ਵਸ ਚੱਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਧੰਦਾ ਬਣਾ ਦੇਣ ਜੀ ਲਾਲਚ। ਮਹਾਰਾਜ ਕਹਿੰਦੇ ਜਿਹੜਾ ਲਾਲਚ ਹੈ, ਲਾਲਚ ਕਰਨ ਦੇ ਨਾਲ, ਲੋਭ ਕਰਨ ਦੇ ਨਾਲ ਮਨ ਵਿੱਚ ਹੰਕਾਰ ਪੈਦਾ ਹੋਵੇਗਾ ਹੀ ਹੋਵੇਗਾ ਜੀ। ਹਾਂਜੀ ਇਹੀ ਰਾਜਸੀ ਗੁਣ ਨ ਪਛਾਨ। ਇਹ ਰਜੋ ਗੁਣ ਨੇ ਜੀ। ਲੋਭ ਕਰਨਾ, ਹੰਕਾਰ ਕਰਨਾ, ਇਹ ਰਜੋ ਗੁਣ ਨੇ, ਰਾਜਸੀ ਗੁਣ ਨੇ ਜੀ। ਤਮੋ ਗੁਣ ਕਿਹੜੇ ਆ? ਗੁੱਸਾ ਕਰਨਾ, ਮਾਰਨਾ ਕਿਸੇ ਨੂੰ। ਹਾਂਜੀ ਮਿੱਠਾ ਬੋਲਨ ਅਰ ਨਿਵ ਚਾਲੇ। ਹੁਣ ਸਤੋ ਗੁਣ ਸੁਣਿਆ, ਮਿੱਠਾ ਬੋਲਣਾ ਤੇ ਨੀਵੇਂ ਚੱਲਣਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਇਹੀ ਸ਼ਾਂਤ ਕੀ ਹਉ ਸੁਖ ਵਾਲੇ। ਇਹ ਸ਼ਾਂਤ ਕੀ ਗੁਣ ਨੇ ਮਹਾਰਾਜ ਕਹਿੰਦੇ, ਸਤੋ ਗੁਣ ਨੇ। ਇਹ ਬੰਦੇ ਨੂੰ ਸੁੱਖ ਦਿੰਦੇ ਆ, ਸੁੱਖ ਦਿੰਦੇ ਆ। ਹਿੰਸਾ ਕਰਨੀ, ਕ੍ਰੋਧ ਕਰਨਾ, ਇਹ ਦੁੱਖ ਦਿੰਦੇ ਆ ਜੀ। ਲੋਭ ਕਰਨਾ, ਅਭਿਮਾਨ ਕਰਨਾ, ਇਹ ਵੀ ਦੁੱਖ ਦਿੰਦੇ ਆ ਜੀ। ਹਾਂਜੀ ਜਿਸ ਆਹਾਰ ਤੇ ਉਤਪਤ ਹੋਏ। ਵਾਹ ਜੀ ਵਾਹ। ਹੁਣ ਮਹਾਰਾਜ ਡੂੰਘਾ ਜਾ ਰਹੇ ਜੀ, ਡੂੰਘੇ ਜਾ ਰਹੇ ਜੀ। ਸਤੋ ਗੁਣੀ ਕਿਵੇਂ ਬਣ ਜਾਗੇ ਜੀ? ਹੁਣ ਵੇਖੋ ਨਾ ਜੀ, ਇੱਕਦਮ ਤੇ ਮਿੱਠਾ ਕਿਸੇ ਨਾਲ ਬੋਲਿਆ ਨਹੀਂ ਜਾਂਦਾ ਜੀ। ਨੀਵੇਂ ਨਿਮਰਤਾ ਇੱਕਦਮ ਤੇ ਆਉਂਦੀ ਨਹੀਂ ਜੀ। ਮਹਾਰਾਜ ਕਹਿੰਦੇ ਹੁਣ ਅੱਗੇ ਚੱਲੀਏ। ਅੱਗੇ ਇੱਕ ਵਿਚਾਰਾਂ ਦੀ ਖੇਡ ਹੈਗੀ ਹੈ ਜੀ। ਜਿਹੋ ਜਿਹੇ ਬੰਦੇ ਦੇ ਵਿਚਾਰ ਨੇ, ਉਹੋ ਜਿਹੀ ਉਹਦਾ ਰਹਿਣ ਸਹਿਣ ਹੈ ਜੀ। ਜਿਹੜੇ ਵਿਚਾਰ ਨੇ ਇਹ ਆਹਾਰ ਕਰਕੇ ਆ ਜੀ। ਆਹਾਰ ਦਾ ਵਿਚਾਰ ਉੱਤੇ ਬੜਾ ਅਸਰ ਹੈਗਾ ਜੀ। ਬੰਦਾ ਰੋਟੀ ਪਾਣੀ ਕੀ ਖਾਂਦਾ, ਪ੍ਰਸ਼ਾਦਾ ਕਿਹੜਾ ਛਕਦਾ ਜੀ। ਹਾਂਜੀ ਸ਼ਰਵਣ ਕਰਹੁ ਮਨ ਦੇ ਕਰ ਸੋਏ। ਮਹਾਰਾਜ ਕਹਿੰਦੇ ਹੁਣ ਮਨ ਦੇ ਕੇ ਸੁਣਿਓ, ਧਿਆਨ ਨਾਲ ਸੁਣਿਓ ਨਿਸਬਾਸੀ। ਵੀ ਭੋਜਨ ਕਿਹੋ ਜਿਹਾ ਕਰਨਾ। ਮਹਾਰਾਜ ਕਹਿੰਦੇ ਕਿਹੋ ਜਿਹੇ ਭੋਜਨ ਨਾਲ ਕਿਹੋ ਜਿਹੇ ਔਗੁਣ ਆ ਜਾਂਦੇ ਜੀ। ਹੁਣ ਸੰਗਤ ਜੀ ਮੈਨੂੰ ਮਾਫ ਕਰਿਓ, ਮੈਂ ਸੱਚ ਗੱਲ ਕਰਨ ਲੱਗਾ ਜੇ ਉਮਰਾਂ ਦੀਆਂ ਉਮਰਾਂ ਲੰਘ ਜਾਂਦੀਆਂ, ਖਾਣ ਪੀਣ ਦਾ ਹੀ ਨਹੀਂ ਪਤਾ ਲੱਗਦਾ ਜੀ। ਚਲੋ ਹੋਰ ਗੱਲਾਂ ਤੇ ਛੱਡੋ, ਵਿਰੋਧੀ ਤੱਤ ਕਿਹੜੇ, ਵੀ ਕਿਹੜੀ ਚੀਜ਼ ਰਾਤ ਨੂੰ ਖਾਣੀ ਚਾਹੀਦੀ, ਨਹੀਂ ਖਾਣੀ ਚਾਹੀਦੀ, ਇਹਦਾ ਹੀ ਨਹੀਂ ਪਤਾ ਲੱਗਦਾ ਜੀ। ਉਮਰਾਂ ਦੀਆਂ ਉਮਰਾਂ ਲੰਘ ਜਾਂਦੀਆਂ ਜੀ। ਹਾਂਜੀ ਤੇ ਪਤਾ ਨਹੀਂ ਲੱਗਦਾ ਬੰਦੇ ਨੂੰ ਜੀ। ਹੁਣ ਇੱਕ ਬੰਨੇ ਬਹੁਤ ਠੰਡੀ ਕੋਲਡ ਡਰਿੰਕ ਪੀਤੀ ਜੀ, ਤੇ ਮਿੰਟ ਦੋ ਵੀ ਨਹੀਂ ਹੋਏ ਤੇ ਗਰਮ ਗਰਮ ਗਲਾਸ ਕੌਫੀ ਦਾ ਫੜਦੇ ਆ ਜੀ, ਤੇ ਗਲਤ ਨਹੀਂ ਨਾ ਬਣੇਗੀ ਜੀ, ਸਰੀਰ ਖਰਾਬ ਹੋਏਗਾ। ਹਾਂਜੀ ਨਿਸਬਾਸੀ ਚਰਪਰਾ ਜੋ ਖਾਵੈ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਰਾਤ ਦਾ ਬਇਆ ਬੰਦਾ, ਦਇਆ ਬਇਆ ਹੋਇਆ ਪ੍ਰਸ਼ਾਦਾ ਜਿਹੜਾ ਬੰਦਾ ਖਾਏਗਾ, ਫਿਰ ਬਹੁਤੇ ਮਸਾਲੇ ਵਾਲਾ ਖਾਏਗਾ ਜੀ। ਹਾਂਜੀ ਬਹੁ ਸੁਪਤ ਹੈ ਪਰ ਨਿੰਦ ਅਲਾਵੈ। ਲਓ ਜੀ, ਉਹ ਇੱਕ ਨੰਬਰ ਦਾ ਆਲਸੀ ਹੋਏਗਾ ਤੇ ਨਿੰਦਕ ਹੋਏਗਾ ਜੀ। ਕੰਮ ਸੌਖਾ ਹੀ ਜੇ। ਹੁਣ ਵਿਦੇਸ਼ਾਂ ਵਿੱਚ ਵੀ ਇੰਝ ਹੁੰਦਾ ਜੀ,
ਸਬਜ਼ੀ ਬਣਾ ਲੈਂਦੀਆਂ ਜੀ ਬੀਬੀਆਂ, ਤੇ ਫਿਰ ਚੱਲਣ ਦੇ 5-7 ਦਿਨ ਉਹ ਹੀ ਜੀ ਬਈਆਂ ਹੀ ਸਬਜ਼ੀਆਂ ਖਾਂਦੀਆਂ ਰਹਿੰਦੀਆਂ ਜੀ। ਹਾਂਜੀ, ਬੀਬੀਆਂ ਦਾ ਬੜਾ ਯੋਗਦਾਨ ਚ ਇਸ ਕੰਮ 'ਚ, ਗੁੱਸਾ ਨਾ ਕਰ ਲੈਣ ਕਿਤੇ। ਇਹ ਬਇਆ ਪ੍ਰਸ਼ਾਦਾ ਛਕਾਉਂਦੀਆਂ ਜੀ ਬੱਚਿਆਂ ਨੂੰ, ਘਰਦਿਆਂ ਨੂੰ। ਹਾਂਜੀ, ਤਾਜ਼ਾ ਬਣਾ ਕੇ ਦੇਣ ਜੀ। ਪਹਿਲੀਆਂ ਮਾਈਆਂ ਸਦਾ ਹੀ ਤਾਜ਼ਾ ਪ੍ਰਸ਼ਾਦਾ ਜੀ। ਰਾਤ ਦਾ ਬਇਆ ਹੋਇਆ ਖਾਏਗਾ ਜਿਹੜਾ, ਤੇ ਚਟਪਟਾ ਖਾਏਗਾ, ਨਿੰਦਾ ਉਹਦੇ ਅੰਦਰ ਆਪੇ ਹੀ ਆਏਗੀ ਜੀ। ਨਿੰਦਾ ਕਰੇਗਾ ਜੀ ਉਹ। ਕੱਲ ਪਰਸੋਂ ਕੋਈ ਗੁਰਮੁਖ ਬੈਠੇ, ਉਹਨਾਂ ਦੇ ਆਪਣੇ ਬੇਟੇ ਦੀ ਗੱਲ ਸੀਗੀ, ਤੇ ਕੁਦਰਤੀ ਗੱਲ ਕਰਦੇ ਆ ਵੀ ਉਹਦਾ ਪ੍ਰਸ਼ਾਦਾ ਸੁਧਾਰ ਦਿਓ, ਉਹਨੇ ਸਹੀ ਹੋ ਜਾਣਾ ਜੀ। ਹਾਂਜੀ, ਸੁਣਿਓ ਕਥਾ ਅੱਜ ਧਿਆਨ ਨਾਲ। ਰਾਤ ਦਾ ਬਇਆ ਖਾਣਾ ਤੇ ਬਹੁਤੇ ਮਸਾਲੇ ਵਾਲਾ ਖਾਣਾ ਬਹੁਤ ਸੁਪਤਾ ਹੈ। ਇਹਦੇ ਨਾਲ ਨੀਂਦ ਆਏਗੀ ਬੰਦੇ ਨੂੰ ਜੀ। ਪ੍ਰਸ਼ਾਦਾ ਜਿਹੜਾ ਪੌਣਾ ਕੁ ਘੰਟਾ ਤਾਜ਼ਾ ਰਹਿੰਦਾ ਜੀ, ਉਹਦੇ ਤੋਂ ਬਾਅਦ ਆਟੇ ਦੇ ਤੱਤ ਮਰਨੇ ਸ਼ੁਰੂ ਹੋ ਜਾਂਦੇ ਆ, ਪ੍ਰਸ਼ਾਦਾ ਉਹ ਬਇਆ ਹੋਣਾ ਸ਼ੁਰੂ ਹੋ ਜਾਂਦਾ ਜੀ। ਨੀਂਦ ਆਏਗੀ ਉਹਦੇ ਨਾਲ ਫਿਰ, ਤੇ ਨਿੰਦਾ ਵੀ ਬੰਦਾ ਰੱਜ ਕੇ ਕਰੇਗਾ ਜੀ। ਹਾਂਜੀ, ਰੱਖ ਹੈ ਆਪਣੋ ਬੇਸ ਮਲੀਨ। ਕੱਪੜੇ ਮੈਲੇ ਜੇ ਪਾ ਕੇ ਰੱਖਦਾ ਹੋਵੇ ਜੀ, ਕੱਪੜੇ ਨਾ ਸਾਫ ਸੁਥਰੇ ਪਾਉਂਦਾ ਹੋਵੇ ਜੀ। ਵੇਖੋ, ਖਾਣ ਦੀ, ਪਾਉਣ ਦੀ, ਪੀਣ ਦੀ, ਇਹ ਤਾਂ ਜਾਂਚ ਆਉਣੀ ਚਾਹੀਦੀ ਨਾ ਬੰਦੇ ਨੂੰ। ਹਾਂ, ਬੋਲ ਹੈ ਕੂਰ ਸੰਗ ਬੁੱਧਹੀਨ। ਮਹਾਰਾਜ ਕਹਿਣ ਲੱਗੇ, ਕੱਪੜੇ ਮਾੜੇ ਪਾਉਣ ਵਾਲਾ ਬੰਦਾ, ਮੈਲੇ ਕਚਾਲੇ ਪਾਉਣ ਵਾਲਾ ਬੰਦਾ, ਉਹਦੇ ਅੰਦਰ ਝੂਠ ਬੋਲਣ ਦੀ ਆਦਤ ਪੈ ਜਾਏਗੀ ਜੀ। ਅੱਛਾ, ਬੜੇ ਬੜੇ ਸਾਫ਼ ਕੱਪੜੇ ਪਾਉਣ ਵਾਲੇ ਬੰਦੇ ਵੀ ਝੂਠ ਬੋਲਦੇ ਹੁੰਦੇ ਜੀ। ਇਹ ਵੀ ਗੱਲ ਹੈਗੀ ਜੀ, ਨਿਰੇ ਮਾੜੇ ਨਹੀਂ ਜੀ। ਮੈਲੇ ਕੱਪੜੇ ਬੰਦੇ ਦੇ ਮੈਲੇ ਚਰਿੱਤਰ ਦੇ ਵਾਚਕ ਹੈਗੇ ਜੀ। ਸੇਵਾ 'ਚ ਮੈਲੇ ਹੋਏ ਨਹੀਂ, ਉਂਝ ਮੈਲੇ ਹੋਏ ਜੀ, ਸੇਵਾ 'ਚ ਮੈਲੇ ਹੋਏ ਨਹੀਂ। ਮਹਾਰਾਜ ਕਹਿੰਦੇ ਕੱਪੜੇ ਮੈਲੇ ਰੱਖੇ ਤੇ ਝੂਠ ਬੋਲਦਾ ਹੋਵੇ, ਮਹਾਰਾਜ ਕਹਿਣ ਲੱਗੇ। ਹਾਂਜੀ, ਇਸ ਤੇ ਤਾਮਸ ਗੁਣ ਉਪਜੰਤੇ। ਇਸ ਕੰਮ ਦੇ ਨਾਲ ਤਮੋ ਗੁਣ ਪੈਦਾ ਹੁੰਦਾ। ਤਮੋ ਗੁਣ ਤੁਸੀਂ ਸੁਣਿਆ ਸੀ ਨਾ, ਹਿੰਸਾ ਕਰਨੀ ਤੇ ਗੁੱਸੇ 'ਚ ਰਹਿਣਾ ਜੀ। ਸਾਫ ਸੁਥਰੇ ਬੰਦਾ ਕੱਪੜੇ ਪਾਵੇ, ਤਾਜ਼ਾ ਪ੍ਰਸ਼ਾਦਾ ਛਕੇ, ਤੇ ਛਕ ਕੇ ਘੜੀ ਲਾਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਉਂ ਨਹੀਂ ਉਹਦਾ ਭਲਾ ਹੋਏਗਾ ਜੀ। ਹਾਂਜੀ, ਮਧੁਰ ਸਲਵਣ ਆਹਾਰ ਕਰੰਤੇ। ਸਲਵਣ ਬੋਲੋ, ਸਲਵਣ। ਮਧੁਰ ਸਲਵਣ ਆਹਾਰ ਕਰੰਤੇ। ਤੇ ਬਹੁਤਾ ਮਿੱਠਾ ਖਾਣਾ ਤੇ ਬਹੁਤੇ ਲੂਣ ਵਾਲਾ ਖਾਣਾ, ਇਹਦੇ ਨਾਲ ਵੀ ਤਮੋ ਗੁਣ ਪੈਦਾ ਹੁੰਦਾ, ਮਹਾਰਾਜ ਕਹਿੰਦੇ। ਹਾਂਜੀ, ਇਸਤਰੀ ਰਮਨ ਸੋ ਜਸ ਕੋ ਚਾਹੈ। ਸਦਾ ਆਪਣੀ ਇੱਛਾ ਚਾਹਣੀ, ਇਸਤਰੀਆਂ ਨਾਲ ਕੁਕਰਮ ਕਰਨੇ। ਹਾਂਜੀ, ਗੁਣ ਸੋ ਰਾਜਸੀ ਇਸਤੇ ਲਹੈ। ਇਹ ਰਜੋ ਗੁਣ ਨੇ, ਮਹਾਰਾਜ ਕਹਿੰਦੇ। ਇਹਦੇ ਨਾਲ ਰਜੋ ਗੁਣ ਪੈਦਾ ਹੁੰਦਾ। ਹਾਂਜੀ, ਉਜਲ ਬਸਤਰ ਕਰਨ ਇਸ਼ਨਾਨ। ਹੁਣ ਸੁਣੋ, ਸਾਫ ਸੁਥਰੇ ਕੱਪੜੇ ਪਾਉਣੇ, ਇਸ਼ਨਾਨ ਕਰਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਸਾਫ ਸੁਥਰੇ ਕੱਪੜੇ ਪਾਉਣੇ, ਇਸ਼ਨਾਨ ਪਾਨ ਕਰਨਾ ਜੀ। ਤੇ ਫਿਰ ਇਸ਼ਨਾਨ ਕਰਕੇ ਰੱਬ ਦਾ ਨਾਮ ਜਪਣਾ ਜੀ। ਹਾਂਜੀ, ਚਾਵਰ ਦਾਲ ਅਰਪ ਕਰ ਖਾਨ। ਤੇ ਚੌਲ ਖਾਣੇ, ਦਾਲਾਂ ਖਾਣੀਆਂ, ਇਹੋ ਜਿਹਾ ਸਾਦਾ ਭੋਜਨ ਛਕਣਾ ਤੇ ਥੋੜਾ ਖਾਣਾ ਜੀ। ਹਾਂਜੀ, ਹੋਏ ਸ਼ਾਂਤ ਕੀ ਗੁਣ ਇਨ ਕਰੇ। ਇਹਦੇ ਨਾਲ ਸਤੋ ਗੁਣ ਆਉਂਦਾ ਬੰਦੇ 'ਚ ਜੀ। ਹੁਣ ਸਵੇਰੇ ਨਾ ਦੰਦ ਹੀ ਸਾਫ਼ ਕੀਤੇ ਜੀ, ਨਾ ਨਹਾਤੇ ਹੀ ਜੀ, ਮੈਲੇ ਕਚਾਲੇ ਕੱਪੜੇ ਪਾਏ ਜੀ। ਹਾਂਜੀ, ਤੇ ਬੰਦਾ ਸਿੱਧਾ ਹੀ ਰੋਟੀਆਂ ਤੇ ਗੇੜਾ ਲਾਇਆ ਜੀ, ਤੇ ਫਿਰ ਇਹੋ ਜਿਹਾ ਬੰਦਾ ਤੇ ਕਰੋਧੀ ਹੋਏਗਾ ਨਾ ਜੀ, ਕਰੋਧੀ ਹੋਏਗਾ ਨਾ ਜੀ। ਸਾਫ਼ ਬਸਤਰ ਪਾਵੇ, ਘੱਟ ਮਸਾਲਿਆਂ ਵਾਲਾ ਖਾਵੇ, ਤੇ ਥੋੜਾ ਜਿਹਾ ਥੋੜਾ ਖਾਵੇ ਜੀ, ਥੋੜਾ ਘੱਟ ਖਾਵੇ ਜੀ। ਇਹਦੇ ਨਾਲ ਸ਼ਾਂਤੀ ਆਉਂਦੀ ਬੰਦੇ ਦੇ ਅੰਦਰ ਜੀ, ਅੰਦਰ ਧੀਰਜ ਆਉਂਦਾ ਜੀ। ਹਾਂਜੀ,
ਇਨਹੋ ਪਰੀਖਿਆ ਕੋ ਇਮ ਧਰੇ। ਤੇ ਹਾਂ ਹਾਂ, ਇਨਹੋ ਪ੍ਰੀਖਿਆ ਕੋ ਇਮ ਧਰੇ, ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਮਹਾਰਾਜ ਕਹਿੰਦੇ ਆਪਣੀ ਪਰਖ ਕਰਿਆ ਕਰੋ, ਇਸ ਤਰ੍ਹਾਂ ਦੇ ਗੁਣ ਧਾਰਨ ਕਰਿਆ ਕਰੋ। ਹਾਂਜੀ। ਸਨਮੁਖ ਸ਼ਬਦ ਬਦਨ ਦ੍ਰਿਗ ਕਰੀਐ ਹੈ। ਤੇ ਸ਼ਬਦ ਦੇ ਸਨਮੁਖ ਸਦਾ ਹੀ ਮੁਖ ਰੱਖਿਓ, ਆਪਣਾ ਬਾਣੀ ਵਾਲੇ ਪਾਸੇ ਮੁਖ ਰੱਖੋ। ਕੋਈ ਕੰਮ ਕਰਦੇ ਹੋ ਬਾਣੀ ਵੱਲ ਧਿਆਨ ਰੱਖੋ ਜੀ। ਗੁਰਮੁਖ ਬੰਦੇ ਜਦੋਂ ਕੱਪੜੇ ਪਾਉਂਦੇ ਨਾ, ਕੱਪੜੇ, ਉਹ ਮਨ ਚ ਅਰਦਾਸ ਕਰਦੇ, ਹੇ ਵਾਹਿਗੁਰੂ, ਹੇ ਵਾਹਿਗੁਰੂ, ਤੇਰੇ ਦਿੱਤੇ ਹੋਏ ਕੱਪੜੇ ਪਾ ਰਹੇ ਆ। ਗੱਜ ਕੇ ਆਖੋ। ਜਦੋਂ ਖਾਣਾ ਖਾ ਰਹੇ ਹੁੰਦੇ ਆ, ਉਹ ਸੋਚਦੇ, ਹੇ ਵਾਹਿਗੁਰੂ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਜਦੋਂ ਵਧੀਆ ਸਵਾਰੀ 'ਚ ਬੈਠਦੇ ਆ, ਉਹ ਵਾਹਿਗੁਰੂ ਨੂੰ ਚੇਤੇ ਕਰਦੇ, ਹੇ ਵਾਹਿਗੁਰੂ, ਤੇਰੀ ਮਿਹਰ ਹੈ, ਤੇਰੀ ਕਿਰਪਾ ਹੀ ਹੈ ਸਾਰੀ। ਹਾਂਜੀ। ਅਰਥ ਵਾਸਤਵ ਸਮਝ ਸੋ ਧਰੀਐ ਹੈ। ਬਾਣੀ ਕਹਿੰਦੀ ਗੱਲ ਗੱਲ ਤੇ ਯਾਦ ਕਰੋ, ਸ਼ਬਦ ਨੂੰ ਸਨਮੁਖ ਰੱਖ ਕੇ ਅਰਥਾਂ ਨੂੰ ਚੇਤੇ ਕਰਦੇ ਰਿਹਾ ਕਰੋ। ਮਹਾਰਾਜ ਕਹਿਣ ਲੱਗੇ, ਅਰਥਾਂ ਨੂੰ ਚੇਤੇ ਕਰਦੇ ਰਿਹਾ ਕਰੋ। ਪਸ਼ੂ ਆਗੇ ਅੱਗੇ ਪੰਕਤੀ ਯਾਦ ਕੀਤੀ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇ। ਵੀ ਪਸ਼ੂ ਨੂੰ ਲੋਕ ਚੰਗਿਆਈ ਦਿੰਦੇ ਆ। ਕਿਉਂ ਦਿੰਦੇ ਆ? ਪਸ਼ੂ ਧੋਖਾ ਨਹੀਂ ਕਰਦੇ, ਝੂਠ ਨਹੀਂ ਬੋਲਦੇ ਜੀ। ਤੇ ਜਿਹੜੇ ਬੰਦੇ ਝੂਠ ਬੋਲਦੇ ਨਾ ਜੀ, ਉਹ ਪਸ਼ੂਆਂ ਤੋਂ ਵੀ ਭੈੜੇ ਹੈਗੇ ਜੀ। ਪਸ਼ੂ ਵਧੀਆ ਵਧੀਆ ਪਦਾਰਥ ਨਹੀਂ ਖਾਂਦੇ, 5 ਸਬਜ਼ੀਆਂ ਦੇ ਨਾਲ ਪ੍ਰਸ਼ਾਦੇ ਨਹੀਂ ਛਕਦੇ ਜੀ। ਹਾਂਜੀ, ਪੱਠੇ ਖਾਂਦੇ ਤੇ ਦੁੱਧ ਦਿੰਦੇ ਤਾਂ ਚੰਗੇ ਨੇ ਉਹ ਜੀ। ਡੰਗਰ ਚੰਗੇ ਬੰਦਿਆਂ ਨਾਲੋਂ ਜੀ। ਬਸ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਬਾਣੀ ਦੀ ਅਰਥ ਵਿਚਾਰਦਾ ਰਵੇ, ਔਰ ਇਹ ਸੋਚਦਾ ਰਵੇ ਵੀ ਮੈਂ ਕਿੱਥੇ ਕਹਿ ਗਾ ਜੀ। ਮਨ ਟਿਕ ਰਹੇ ਨਾ ਡੋਲਹਿ ਜਾਏ। ਫਿਰ ਮਨ ਟਿਕਿਆ ਰਹੇਗਾ ਤੇ ਡੋਲੇਗਾ ਨਹੀਂ ਜੀ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਕਥਾ 'ਚ ਰਸ ਨਹੀਂ ਆਉਂਦਾ ਜੀ, ਕੀਰਤਨ 'ਚ ਰਸ ਨਹੀਂ ਆਉਂਦਾ। ਸਾਰੀ ਦਿਹਾੜੀ ਤੇ ਝੂਠ ਬੋਲਦੇ ਹੋ ਤੁਸੀਂ, ਸਾਰੀ ਦਿਹਾੜੀ ਤੇ ਲਗਾਤਾਰ ਹੀ ਝੂਠ ਚੱਲਦਾ, ਚੋਰੀ ਚੱਲਦੀ, ਠੱਗੀ ਚੱਲਦੀ। ਹਾਂਜੀ। ਤੇ ਰੱਬ ਦਾ ਨਾਮ ਜਪਣ ਲੱਗਿਆ ਕਹਿੰਦੇ ਮੇਰਾ ਮਨ ਨਹੀਂ ਲੱਗਦਾ। ਤੇ ਹੋਰ ਤੇਰਾ ਕੀ ਲੱਗਣਾ? ਇੰਜ ਥੋੜੀ ਲੱਗਣਾ ਮਨ ਤੇਰਾ। ਸਾਰੀ ਦਿਹਾੜੀ ਦੇ ਕੰਮ ਸੁਧਾਰੋ ਆਪਣੇ, ਨਾਮ 'ਚ ਧਿਆਨ ਲੱਗੇਗਾ ਤੁਹਾਡਾ। ਸਾਰੀ ਦਿਹਾੜੀ ਦੇ ਕੰਮ ਸੁਧਾਰੋ। ਇੰਨੇ ਸਾਲ ਹੋ ਗਏ ਲੱਗਿਆਂ ਨੂੰ, ਕੋਈ ਫਰਕ ਨਹੀਂ ਪਿਆ ਜੀ, ਕੋਈ ਫਰਕ ਨਹੀਂ ਪਿਆ। ਬੱਚਾ ਸਕੂਲੇ ਪੜ੍ਹਦਾ, ਉਹ ਪੜ੍ਹਾਈ 'ਚ ਹੁਸ਼ਿਆਰ ਨਾ ਹੋਵੇ, ਫੇਲ ਹੋ ਜਾਂਦਾ ਜੀ। ਬੰਦਾ ਤੇ ਰੋਜ਼ ਹੀ ਫੇਲ ਹੋ ਰਿਹਾ ਜੀ, ਕੋਈ ਫਰਕ ਨਹੀਂ ਪਿਆ ਜੀ। ਧੋਖਾ, ਚਲਾਕੀਆਂ, ਚੁਸਤੀਆਂ ਸਭ ਹੋ ਗਈਆਂ ਬੰਦੇ ਦੀਆਂ। ਤੇ ਨਾਮ ਤੇ ਨਾ ਜਪਿਆ ਫਿਰ। ਹਾਂਜੀ। ਤੋ ਗੁਣ ਸ਼ਾਂਤਕ ਕੇ ਲਖ ਪਾਏ। ਮਹਾਰਾਜ ਕਹਿੰਦੇ ਸਹਿਜੇ ਸਹਿਜੇ ਬਾਣੀ ਨੂੰ ਵਿਚਾਰਦੇ ਹੀ ਰਿਹਾ ਕਰੋ, ਲੱਗੇ ਹੀ ਰਿਹਾ ਕਰੋ। ਹੌਲੀ ਹੌਲੀ ਤੁਹਾਡਾ ਮਨ ਟਿਕੇਗਾ। ਫਿਰ ਸਤੋ ਗੁਣ ਆਉਣਗੇ ਤੁਹਾਡੇ, ਸ਼ਾਂਤੀ ਦੇ ਗੁਣ ਆਉਣਗੇ। ਕਬ ਮਨ ਟਿਕੈ ਡੋਲ ਕਬ ਧਾਵੈ। ਕਦੀ ਮਨ ਟਿਕਦਾ, ਕਦੀ ਡੋਲਦਾ ਜੀ। ਹਾਂਜੀ। ਇਹੀ ਰਾਜਸੀ ਗੁਣ ਆਦ ਕਾਵੈ। ਉਹ ਰਜੋ ਗੁਣ ਕਰਕੇ ਹੈਗਾ, ਰਜੋ ਗੁਣ ਕਰਕੇ। ਹਾਂਜੀ। ਰਜੋ ਗੁਣ ਕੀ? ਕਦੀ ਆਪਣੀ ਸ਼ੋਭਾ ਸਿਫਤ ਸੁਣਨੀ ਚਾਹੁੰਦਾ ਬੰਦਾ ਜੀ, ਕਦੀ ਬਹੁਤਾ ਮਿੱਠਾ ਖਾਣ ਵਾਲਾ, ਲੂਣ ਖਾਣ ਵਾਲਾ ਬੰਦਾ, ਉਹਦਾ ਮਨ ਫਿਰ ਓਨਾ ਕੀ ਟਿਕਦਾ। ਮਹਾਰਾਜ ਕਹਿੰਦੇ ਕਦੀ ਟਿਕ ਜਾਂਦਾ, ਕਦੀ ਡੋਲਦਾ ਜੀ। ਜੇ ਨਹਿ ਠਹਿਰੈ ਸਮਝ ਨ ਆਵੈ। ਜੇ ਮਨ ਨਾ ਟਿਕੇ, ਕੁਛ ਸਮਝ ਨਾ ਆਵੇ। ਹਾਂਜੀ। ਇਹੀ ਤਾਮਸੀ ਗੁਣ ਵਰਤਾਵੈ। ਮਤਲਬ ਕਦੀ ਵੀ ਨਾ ਟਿਕੇ, ਸਮਝੋ ਤਮੋ ਗੁਣ ਹੈਗਾ ਜੀ। ਇਹੋ ਜਿਹਾ ਬੰਦਾ ਤਮੋ ਗੁਣੀ ਹੈਗਾ ਜੀ। ਤੇ ਵੇਖ ਲਿਓ ਰਾਤ ਦਾ ਸੰਗਤ ਜੀ, ਬਹਿਆ ਖਾਣ ਵਾਲੇ, ਸਦਾ ਸੁੱਤੇ ਰਹਿਣ ਵਾਲੇ, ਨਿੰਦਿਆ ਕਰਨ ਵਾਲੇ, ਮੈਲੇ ਕਚੈਲੇ ਕੱਪੜੇ ਪਾਉਣ ਵਾਲੇ, ਝੂਠ ਬੋਲਣ ਵਾਲੇ, ਉਹਨਾਂ ਦਾ ਮਨ ਕਦੀ ਵੀ ਨਾਮ 'ਚ ਨਹੀਂ ਜੁੜਦਾ ਜੀ। ਤਮੋ ਗੁਣ ਹੈ ਨਾ ਜੀ ਅੰਦਰ, ਝੂਠ ਬੋਲਦੇ ਆ।
ਤਮੋ ਗੁਣ ਹੈ ਜੀ। ਹਾਂਜੀ, ਨਾ ਮਨ ਨਹੀਂ ਟਿਕੇਗਾ ਨਾਮ 'ਚ ਜੀ। ਹਾਂਜੀ, ਸਤਗੁਣ ਤੇ ਬ੍ਰਿਤ ਹੋਏ ਇਕਾਗਰ। ਤੇ ਸਤਗੁਣ ਤੇ ਸ਼ਾਂਤੀ ਦੇ ਗੁਣਾਂ ਦੇ ਨਾਲ ਤੁਹਾਡੀ ਬਿਰਤੀ ਇਕਾਗਰ ਹੋਏਗੀ। ਉਹਦੇ ਲਈ ਆਪਣਾ ਭੋਜਨ ਸੈੱਟ ਕਰਨਾ ਪੈਣਾ ਜੀ, ਸਾਦਾ ਖਾਣਾ ਪੈਣਾ ਜੀ। ਬੰਦਾ ਲੱਭਦਾ ਸਾਧ ਸੰਗਤ ਜੀ ਬਹੁਤੇ ਚਟਪਟੇ, ਜਦੋਂ ਚਟਪਟੇ ਖਾਣੇ ਮਨ ਵੀ ਚਟਪਟਾ ਹੀ ਰਹਿੰਦਾ ਜੀ। ਫਿਰ ਸਾਦੀਆਂ ਚੀਜ਼ਾਂ ਖਾਣ ਨਾਲ ਮਨ ਵੀ ਸਾਦਾ ਹੀ ਰਹੇਗਾ ਜੀ। ਹਾਂਜੀ, ਅੱਜ ਬਹੁਤਾਂਤ ਜਿਹੜੀ ਹੈ ਨਾ, ਮਨ ਨੂੰ ਭੜਕਾਉਣ ਦਾ ਹੀ ਚਾਰਾ 'ਚ, ਇਕਾਗਰ ਕਰਨ ਦਾ ਤੇ ਥੋੜ੍ਹਾ ਹੈਗਾ ਜੀ। ਆ ਨਿਕਲੋ ਬਾਜ਼ਾਰ 'ਚ ਤੁਸੀਂ ਜੀ, ਬਾਜ਼ਾਰ 'ਚ ਤੁਰੋ ਤੇ ਕਿੰਨੀਆਂ ਚੀਜ਼ਾਂ ਖਾਣ ਵਾਲੀਆਂ ਦੁਕਾਨਾਂ ਹੈਗੀਆਂ ਜੀ। ਮਨ ਨੂੰ ਟਿਕਾਉਣ ਵਾਲੀ ਕੋਈ ਚੀਜ਼ ਹੈਗੀ ਜੀ ਕਿਤੇ ਜੀ? ਉਹ ਤੇ ਸਤ ਸੰਗਤ ਹੀ ਹੈਗੀ, ਤੇ ਸਤ ਸੰਗਤ ਥੋੜ੍ਹੀ ਹੈ ਜੀ। ਇਹ ਸਾਰੀ ਗੱਲ ਭੋਜਨ ਤੇ ਡਿਪੈਂਡ ਕਰਦੀ ਜੀ। ਤੇ ਬੀਬੀਆਂ ਨੂੰ ਬੇਨਤੀ 'ਚ, ਰੱਬ ਦਾ ਵਾਸਤਾ ਰਸੋਈ ਸਾਫ਼ ਰੱਖਿਆ ਕਰੋ। ਗੱਜ ਕੇ ਆਖੋ ਵਾਹਿਗੁਰੂ। ਰੱਬ ਦਾ ਵਾਸਤਾ ਰਸੋਈ ਸਾਫ਼ ਰੱਖਿਆ ਕਰੋ। ਤੇ ਰੱਬ ਦਾ ਵਾਸਤਾ ਨੰਗੇ ਸਿਰ ਨਾ ਬਣਾਇਆ ਕਰੋ ਕੁਛ। ਹਾਂਜੀ, ਨੰਗੇ ਸਿਰ ਨਾ ਕੁਝ ਬਣਾਇਆ ਕਰੋ। ਤੇ ਜਦੋਂ ਬਣਾਉਂਦੀਆਂ ਹੁੰਦੀਆਂ 'ਚ, ਉਦੋਂ ਰੱਬ ਨੂੰ ਚੇਤੇ ਕਰਿਆ ਕਰੋ। ਖਾਣ ਵਾਲਾ ਵੀ ਰੱਬ ਨੂੰ ਹੀ ਚੇਤੇ ਕਰੇਗਾ। ਤੇ ਬਣਾਉਂਦੀਆਂ ਤੇ ਧਿਆਨ ਤੇ ਫਿਲਮਾਂ 'ਚ ਹੁੰਦਾ ਜੀ। ਹਾਂਜੀ, ਧਿਆਨ ਡਰਾਮਿਆਂ 'ਚ ਹੁੰਦਾ ਜੀ। ਤੇ ਫਿਰ ਖਾਣ ਵਾਲੇ ਵੀ ਫਿਰ ਡਰਾਮਾ ਹੀ ਬਣ ਜਾਂਦੇ ਜੀ। ਉਹ ਵੀ ਫਿਲਮਾਂ 'ਚ ਜੋ ਹੁੰਦਾ ਫਿਰ ਉਹ ਕਰਦੇ ਜੀ। ਗੰਦੀ ਰਸੋਈ, ਮੈਲ ਕਚੈਲ, ਬੁਰੇ ਹਾਲ ਬੰਦਿਆਂ ਦੇ ਕੰਮ ਥੋੜ੍ਹੀ, ਡੰਗਰਾਂ ਦੇ ਕੰਮ ਹੈਗੇ ਜੀ। ਬੰਦਿਆਂ ਦੀਆਂ ਚੀਜ਼ਾਂ ਤੇ ਸਾਫ਼ ਸੁਥਰੀਆਂ ਹੁੰਦੀਆਂ ਨੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਐ ਸਫੇਦ ਉੱਜਲ ਕੱਪੜੇ ਪਾਉਣੇ, ਕੱਪੜੇ ਉੱਜਲ ਕੱਪੜੇ ਪਾਉਣੇ। ਵਧੀਆ ਖਾਣਾ, ਸਾਦਾ ਖਾਣਾ, ਸਤੋ ਗੁਣ ਤੁਹਾਡੇ 'ਚ ਆਉਣਗੇ, ਸ਼ਾਂਤੀ ਵਧੇਗੀ ਤੁਹਾਡੇ 'ਚ। ਹਾਂਜੀ, ਪ੍ਰਾਪਤ ਆਤਮ ਗਿਆਨ ਉਜਾਗਰ। ਵਾਹ ਵਾਹ। ਇਹਦੇ ਨਾਲ ਫਿਰ ਹੌਲੀ ਹੌਲੀ ਆਤਮ ਗਿਆਨ ਦੀ ਵੀ ਬੰਦੇ ਨੂੰ ਪ੍ਰਾਪਤੀ ਹੁੰਦੀ ਜੀ। ਆਤਮ ਗਿਆਨ ਦੀ ਵੀ। ਤੇ ਜਿਹੜਾ ਰਹਿਣਾ ਹੀ ਮੈਲਾ ਕਚੈਲਾ, ਬਦਬੂ ਸਰੀਰ 'ਚ ਆਉਣੀ। ਹਾਂਜੀ, ਭਾਂਡੇ ਮੈਲੇ, ਜਿੱਥੇ ਪ੍ਰਸ਼ਾਦਾ ਪੱਕਦਾ ਉਹ ਵੀ ਥਾਂ ਮੈਲੀ। ਤੇ ਫਿਰ ਦੱਸੋ ਵੀ ਉੱਥੇ ਛਕਣ ਛਕਾਉਣ ਵਾਲੇ ਚੋਰ ਤੇ ਠੱਗ ਹੀ ਹੋਣਗੇ, ਬ੍ਰਹਮ ਗਿਆਨੀ ਤਾਂ ਨਹੀਂ ਹੋਣਗੇ ਜੀ। ਬ੍ਰਹਮ ਗਿਆਨੀ ਤਾਂ ਨਹੀਂ ਉੱਥੋਂ ਪੈਦਾ ਹੋ ਸਕਦੇ ਜੀ। ਇਹ ਥੋੜਾ ਬੀਬੀਆਂ ਵੀ ਸੋਚਣਾ ਜੀ। ਹਾਂਜੀ, ਧਾਰਹੁ ਸੂਰ ਸੁਨਹੁ ਕਰ ਪ੍ਰੀਤ। ਹਾਂ, ਮਹਾਰਾਜ ਕਹਿੰਦੇ ਸੂਰਮਗਤੀ ਧਾਰਨ ਕਰੋ, ਹੁਣ ਤਗੜੇ ਹੋਵੋ। ਮਹਾਰਾਜ ਕਹਿੰਦੇ ਹੁਣ ਗੱਜ ਕੇ ਆਖੋ ਵਾਹਿਗੁਰੂ। ਕਿਉਂ? ਚੰਗੀ ਗੱਲ ਤੇ ਆਪਣੇ ਉਲਟ ਜਿਹੜੀ ਗੱਲ ਹੈ ਨਾ, ਉਹ ਸੁਣਨ ਵਾਸਤੇ ਮਨ ਵੀ ਤਗੜਾ ਚਾਹੀਦਾ ਜੀ। ਅੱਛਾ, ਇਹ 18 ਦੇ 18 ਬੰਦੇ ਅੰਮ੍ਰਿਤ ਵੇਲੇ ਉੱਠਦੇ ਜੇ, ਬਾਣੀ ਪੜ੍ਹਦੇ ਜੇ ਦਿਨ ਹੋਣ ਤੱਕ, ਕੰਮ ਨਹੀਂ ਸੁਧਾਰਦੇ ਜੀ। ਮਹਾਰਾਜ ਕਹਿੰਦੇ ਹੁਣ ਸੂਰਮੇ ਬਣੋ ਤੇ ਗੱਲ ਸਾਡੀ ਸੁਣੋ ਧਿਆਨ ਨਾਲ। ਕਈ ਟੇਢੀਆਂ ਟੇਢੀਆਂ ਦੀਆਂ ਅੱਖਾਂ ਕਰਦੇ ਨਾ ਜੀ। ਫਿਰ ਜਦੋਂ ਇਹੋ ਜਿਹੀ ਗੱਲ ਹੁੰਦੀ ਵੀ ਮਹਾਰਾਜ ਸਾਨੂੰ ਕੀ ਕਹਿੰਦੇ ਆ, ਕਿਤੇ ਗਿਆਨੀ ਸਾਨੂੰ ਤਾਂ ਨਹੀਂ ਲਾ ਲਾ ਕਹਿੰਦਾ। ਮਹਾਰਾਜ ਕਹਿੰਦੇ ਨਾ, ਸੂਰਮੇ ਬਣੋ ਤੇ ਧਿਆਨ ਨਾਲ ਸੁਣੋ। ਹਾਂਜੀ, ਵਹਿਰ ਬੈਰੀਅਨ ਲੈ ਇੱਕ ਜੀਤ। ਮਹਾਰਾਜ ਕਹਿਣ ਲੱਗੇ ਇੱਕ ਉਹ ਸੂਰਮੇ ਹੁੰਦੇ ਜਿਹੜੇ ਬਾਹਰ ਦੇ ਵੈਰੀਆਂ ਨੂੰ ਜਿੱਤਦੇ ਆ। ਹਾਂਜੀ, ਤਿਨਕੋ ਜਸ ਢਾਡੀ ਬਹੁ ਗਾਵੈ। ਢਾਡੀ ਉਹਨਾਂ ਦਾ ਜਸ ਕਰਦੇ, ਸਿਫਤਾਂ ਕਰਦੇ, ਵਡਿਆਈਆਂ ਕਰਦੇ, ਵਾਰਾਂ ਗਾਉਂਦੇ ਉਹਨਾਂ ਦੀਆਂ। ਹਾਂਜੀ, ਕੇਤਿਕ ਦਿਨ ਲੋ ਜਗ ਪ੍ਰਗਟਾਵੈ। ਕਈ ਦਿਨ ਤੱਕ, ਕਈ ਦਿਨਾਂ ਤੱਕ, ਭਾਵ ਕੁਝ ਸਮਾਂ ਜੱਗ ਵਿੱਚ ਉਹਨਾਂ ਦੀਆਂ ਸਿਫਤਾਂ ਹੁੰਦੀਆਂ, ਵਡਿਆਈਆਂ ਹੁੰਦੀਆਂ ਵੀ ਬੜਾ ਯੋਧਾ ਸੂਰਮਾ ਸੀ ਉਹ ਜੀ। ਹਾਂਜੀ, ਇੱਕ ਮਨ ਰਿਪਕੋ ਜੀਤਨ ਕਰੈ। ਪਰ ਇੱਕ ਹੋਰ ਸੂਰਮੇ ਹੁੰਦੇ ਚ, ਉਹ ਹੈਗੇ ਮਨ ਨੂੰ ਜਿੱਤਣ ਵਾਲੇ ਜੀ। ਮਨ ਦੁਸ਼ਮਣ ਹੈਗਾ ਜੀ। ਜਿਹੜੇ ਮਨ ਨੂੰ ਜਿੱਤਦੇ ਨਾ, ਆਪਣੇ ਮਨ ਨੂੰ। ਹਾਂਜੀ, ਤਿੰਨ ਜਸ ਵੇਦ ਸੰਤ ਨਿਤ ਕਰਰੈ। ਮਹਾਰਾਜ ਕਹਿੰਦੇ ਉਹਨਾਂ ਦਾ ਜਸ ਫਿਰ ਵੇਦਾਂ 'ਚ ਲਿਖਿਆ, ਉਹਨਾਂ ਦਾ ਜਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖਿਆ।
ਉਹਨਾਂ ਦਾ ਜਸ ਸੰਤ ਬੋਲ ਬੋਲ ਲੋਕਾਂ ਨੂੰ ਦੱਸਦੇ ਜੇ। ਕੀ ਕਹਿੰਦੇ? ਮਨ ਜੀਤੈ ਜਗ ਜੀਤ, ਮਨ ਜੀਤੈ ਜਗ ਜੀਤ। ਜਿਨ੍ਹਾਂ ਮਨ ਨੂੰ ਜਿੱਤ ਲਿਆ, ਜੱਗ ਨੂੰ ਉਹਨਾਂ ਜਿੱਤਿਆ। ਬਾਹਰੋਂ ਦੁਸ਼ਮਣਾਂ ਨੂੰ ਮਾਰਨ ਵਾਲੇ ਥੋੜਾ ਸਮਾਂ ਜਸ ਹੁੰਦਾ, ਜਿਹੜੇ ਮਨ ਰੂਪੀ ਵੈਰੀ ਨੂੰ ਕੰਟਰੋਲ ਕਰਕੇ ਰੱਖਦੇ ਆ, ਇਹਨਾਂ ਦਾ ਸਦਾ ਹੀ ਜਸ ਹੁੰਦਾ ਜੀ। ਹਾਂਜੀ। ਸੁਨ ਸਾਈਂ ਦਿੱਤਾ ਸੇ ਸਾਧ, ਹਾਂ, ਮਨ ਜੁਤ ਲੇਹ ਰਖੀਕਨ ਸਾਧ। ਉਹਨਾਂ ਦੇ ਵਿੱਚ 18 ਚ ਇੱਕ ਸਿੱਖ ਦਾ ਨਾਮ ਹੈਗਾ ਸਾਈਂ ਦਿੱਤਾ। ਸੁਣਿਆ ਨਾ ਤੁਸੀਂ? ਭਲਵਾਨ ਬੰਦਾ ਬਣਦਾ ਕੰਟਰੋਲ ਰੱਖ ਕੇ ਜੀ, ਸਾਧੂ ਬਣਦਾ ਮਨ ਤੇ ਕੰਟਰੋਲ ਰੱਖ ਕੇ ਜੀ। ਮਹਾਰਾਜ ਕਹਿੰਦੇ ਮਨ ਜੁਤ ਲੇਹ ਰਖੀਕਨ ਸਾਧ। ਸਾਈਂ ਦਿੱਤਾ, ਜਿਹੜੇ ਸਾਧੂ ਮਨ ਨੂੰ ਸਾਧ ਲੈਂਦੇ, ਉਹ ਫਿਰ ਇੰਦਰੀਆਂ ਨੂੰ ਵੀ ਸਾਧ ਲੈਂਦੇ ਜੀ। ਮਾਨਿਆ ਵੀ ਲੋਭ ਕਰਕੇ ਕੀ ਕਰਾਂਗੇ ਜੀ, ਫਿਰ ਉਹ ਮਾੜਾ ਕੰਮ ਨਹੀਂ ਕਰਦੇ। ਜੀਵ ਨੂੰ ਸੁਧਾਰ ਲੈਂਦੇ, ਜੀਵ ਤੋਂ ਝੂਠ ਨਹੀਂ ਬੋਲਦੇ ਜੀ। ਤੇ ਕਈ ਪੈਰ ਪੈਰ ਤੇ ਝੂਠ, ਕੰਮ ਹੀ ਉਹਨਾਂ ਦਾ ਹੈਗਾ ਝੂਠ ਬੋਲਣਾ। ਮਹਾਰਾਜ ਕਹਿੰਦੇ ਜਿਹੜਾ ਝੂਠ ਬੋਲਦਾ ਉਹ ਮੁਰਦਾ ਖਾਂਦਾ ਤੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਹਾਂਜੀ। ਤੁਲਸਾ ਸੁਨਹੁ ਭਗਤ ਸੇ ਦਾਸ। ਉਹਨਾਂ ਵਿੱਚ ਇੱਕ ਸਿੱਖ ਦਾ ਨਾਮ ਭਾਈ ਤੁਲਸਾ ਹੈ। ਮਹਾਰਾਜ ਕਹਿੰਦੇ ਭਾਈ ਤੁਲਸੇ ਤੂੰ ਵੀ ਸੁਣ, ਜਿਹੜੇ ਭਗਤ ਸੇਵਕ ਹੁੰਦੇ ਨੇ ਨਾ, ਹਾਂਜੀ, ਰਾਮ ਨਾਮ ਬਿਨ ਬਾਦਨ ਸਵਾਸ। ਵਾਹ ਵਾਹ ਵਾਹ, ਉਹ ਤੇ ਰਾਮ ਦੇ ਨਾਮ ਤੋਂ ਬਗੈਰ ਸਵਾਸ ਵਿਅਰਥ ਨਹੀਂ ਜਾਣ ਦਿੰਦੇ। ਕਿਤੇ ਮੇਰਾ ਸਾਹ ਰੱਬ ਦੇ ਨਾਮ ਤੋਂ ਬਗੈਰ ਨਾ ਚਲੇ ਜਾਵੇ। ਹਾਂਜੀ। ਹਿਰਦੈ ਸ਼ਾਂਤ ਕੀ ਗੁਣ ਬਿਰਤਾਵੋ। ਉਹ ਫਿਰ ਹਿਰਦੇ 'ਚ ਆਪਣੇ ਸ਼ਾਂਤੀ ਦੇ ਗੁਣਾਂ ਨੂੰ ਵਧਾਉਂਦੇ ਆ। ਭਾਈ ਤੁਲਸੀਆ, ਤੁਲਸਾ ਸ਼ਾਂਤੀ ਦੇ ਗੁਣ ਵਧਾ। ਵਧੇਗਾ ਕਿਵੇਂ ਜੀ? ਸਾਫ਼ ਪਹਿਨ ਕੇ, ਸਾਦਾ ਖਾ ਕੇ ਜੀ। ਇਸੇ ਕਰਕੇ ਬਹੁਤੇ ਸਿੰਘ ਆਪ ਹੀ ਬਣਾਉਂਦੇ ਜੀ ਆਪਣਾ ਪ੍ਰਸ਼ਾਦਾ ਪਾਣੀ ਜੀ। ਸ਼ਾਂਤ ਗਿਆਨ ਦਾ ਤਬ ਤੁਮ ਪਾਵੋ। ਤਾਂ ਮਹਾਰਾਜ ਕਹਿੰਦੇ ਸ਼ਾਂਤੀ ਮਿਲੇਗੀ, ਗਿਆਨ ਮਿਲੇਗਾ। ਪਹਿਲਾਂ ਇੱਧਰ ਆਉਣਾ ਪੈਣਾ ਜੀ, ਮਨ ਵਾਲੇ ਪਾਸੇ ਆਉਣਾ ਪੈਣਾ ਜੀ, ਤਾਂ ਸ਼ਾਂਤੀ ਤੇ ਗਿਆਨ ਆਏਗਾ ਜੀ। ਹਾਂਜੀ। ਪਾਛਲ ਰਾਤ ਮੋਹ ਕੋ ਜਾਲ, ਸਿੱਖ ਜਾਗਤ ਹੈ ਨਾਮ ਸੰਭਾਲ। ਪਿਛਲੀ ਰਾਤ ਉੱਠਣਾ, ਮੋਹ ਨੂੰ ਸਾੜ ਕੇ, ਨੀਂਦ ਦਾ ਤਿਆਗ ਕਰਕੇ ਉੱਠਣਾ ਤੇ ਉੱਠ ਕੇ ਸ੍ਰੀ ਪਰਮੇਸ਼ਰ ਦਾ ਨਾਮ ਜਪਣਾ। ਵਾਹਿਗੁਰੂ ਗੱਜ ਕੇ, ਵਾਹਿਗੁਰੂ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ। ਹਾਂਜੀ। ਸ਼ੁਦਤ ਨਗਨ ਕੋ ਦੇਖਹਿ ਨਾਹੇ। ਮਹਾਰਾਜ ਕਹਿਣ ਲੱਗੇ ਫਿਰ ਭੁੱਖੇ ਨੂੰ ਤੇ ਨੰਗੇ ਨੂੰ ਨਾ ਵੇਖਣਾ ਜੀ। ਭੁੱਖੇ ਨੂੰ ਪ੍ਰਸ਼ਾਦਾ ਦੇਣਾ, ਲੋੜਵੰਦ ਨੂੰ ਕੱਪੜੇ ਦੇਣੇ ਜੀ। ਹਾਂਜੀ। ਕਰਹਿ ਕਾਮਨਾ ਪੂਰਨ ਤਾਹੇ। ਇਹੋ ਜਿਹੇ ਬੰਦੇ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਜੀ, ਸਭ ਕੁਝ ਮਿਲਦਾ ਜੀ। ਹਾਂਜੀ। ਇਕ ਤੇ ਜੇ ਨਾ ਕਾਮਨਾ ਪੁਰੈ, ਹਾਂਜੀ। ਸਭ ਮਿਲ ਕਰ ਤਿਸ ਦੈਬੋ ਕਰੈ। ਮਹਾਰਾਜ ਕਹਿਣ ਲੱਗੇ ਜੇ ਤੁਹਾਡੇ ਕੋਲ ਇਹੋ ਜਿਹਾ ਸਿੱਖ ਆ ਜੇ, ਲੋੜਵੰਦ ਬੰਦਾ ਤੇ ਕੋਈ ਵਿਅਕਤੀ ਹੋਵੇ ਜਿਹਨੂੰ ਲੋੜ ਹੋਵੇ, ਮੰਨ ਲਓ ਕਿਸੇ ਦੀ ਧੀ ਦਾ ਹੀ ਵਿਆਹ ਹੈ, ਉਹ ਆਪ ਨਹੀਂ ਕਰ ਸਕਦਾ, ਉਹਨੇ ਇੱਕ ਸਿੱਖ ਨੂੰ ਕਿਹਾ ਮੇਰੀ ਮਦਦ ਕਰ। ਹੁਣ ਉਹ ਸਿੱਖ ਆਪ ਵੀ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਫਿਰ ਸਾਰੇ ਇਕੱਠੇ ਹੋ ਕੇ ਉਹਦੀ ਮਦਦ ਕਰ ਦਿਆ ਕਰੋ। ਹਾਂਜੀ। ਸਤ ਸੰਗਤ ਮਗਵਾ ਸਮ ਹੋਏ। ਸਾਧ ਸੰਗਤ ਤਾਂ ਬੱਦਲ ਦੀ ਨਿਆਈ ਹੈ, ਬੱਦਲ ਦੀ। ਹਾਂਜੀ। ਨੀਵੇਂ ਹੋਏ ਕਰ ਬਰਖਤ ਸੋਏ। ਉਹ ਬੱਦਲ ਜਿਹੜੇ ਨੀਵੇਂ ਹੋ ਕੇ ਵਰਖਦੇ ਆ। ਜਿਹੜਾ ਸੰਗਤ ਕੋ ਆਵੇ, ਸੰਗਤ ਦਾ ਫਰਜ਼ ਹੈਗਾ ਉਹਦੀ ਲੋੜ ਪੂਰੀ ਕਰਨੀ। ਹਾਂਜੀ। ਦੋਏ ਸਮੈ ਧਰਮਸ਼ਾਲਾ ਜਾਵਹੋ, ਪਰਬ ਦਿਵਸ ਗੁਰ ਦੇਖਣ ਆਵਹੋ। 2 ਟਾਈਮ ਧਰਮਸ਼ਾਲਾ ਜਾਇਆ ਕਰੋ, ਸਵੇਰੇ ਤੇ ਸ਼ਾਮ ਨੂੰ। ਤੇ ਫਿਰ ਗੁਰਪੁਰਬਾਂ ਵਾਲੇ ਦਿਨ, ਸੰਗਰਾਂਦ ਮੱਸਿਆ ਵਾਲੇ ਦਿਨ ਸਾਡੇ ਕੋ ਆ ਜਾਇਆ ਕਰੋ, ਕਹਿਣ ਲੱਗੇ। ਹਾਂਜੀ। ਦੀਪਮਾਲ ਬੈਸਾਖੀ ਜਾਨ। ਦੀਵਾਲੀ ਤੇ ਵਿਸਾਖੀ ਨੂੰ, ਹਾਂਜੀ,
ਆਨ ਸੁਦਾਸਰ ਕਰਹੁ ਇਸ਼ਨਾਨ। ਤੇ ਦਰਬਾਰ ਸਾਹਿਬ ਆ ਕੇ ਇਸ਼ਨਾਨ ਕਰਿਆ ਕਰੋ। ਆਖੋ ਵਾਹਿਗੁਰੂ। ਵਿਸਾਖੀ ਲੰਘ ਗਈ, ਆਪਾਂ ਗਏ ਮੈਂ ਕਿਹਾ ਮੈਂ ਪਹਿਲਾਂ ਆਪਣਾ ਪੁੱਛ ਲਾ। ਵਿਸਾਖੀ ਲੰਘ ਗਈ, ਕੌਣ ਕੌਣ ਗਿਆ ਸੀ ਇਸ਼ਨਾਨ ਕਰਨ ਜੀ? ਕਥਾ ਸੁਣੀ ਸੀ ਨਾ ਤੁਸੀਂ? ਵਿਸਾਖੀ ਤੇ ਕੌਣ ਕੌਣ ਇਸ਼ਨਾਨ ਕਰਕੇ ਆਇਆ ਜੀ? ਦੱਸੋ। ਸ਼ਾਬਾਸ਼। ਸਿਰਫ ਇੱਕ ਜਣਾ ਗਿਆ ਜੀ? ਕਥਾ ਤੁਸੀਂ ਸੁਣੀ ਸੀਗੀ ਜੀ, ਔਰ ਤੋਂ ਪਹਿਲਾਂ ਦੀ ਹੋਈ ਸੀਗੀ ਜੀ। ਇਹ ਪ੍ਰਸੰਗ ਲੰਘ ਗਏ ਸੀ ਜੀ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਲਾਗੇ ਰਹਿ ਕੇ ਵਿਸਾਖੀ ਤੇ ਤੁਸੀਂ ਇਸ਼ਨਾਨ ਨਹੀਂ ਕਰਕੇ ਆਏ, ਤੇ ਦੱਸੋ ਫਿਰ ਕਥਾ ਸੁਣਨ ਦਾ ਕੀ ਲਾਭ ਹੈਗਾ ਜੀ? ਕਿਤੇ ਕਿੰਨਾ ਕੁ ਦੂਰ ਨਾ ਅੰਦਰ ਜਾਓ, ਬਾਹਰ ਹੀ ਬਾਹਰ ਚੁੱਬਾ ਮਾਰ ਕੇ ਆ ਗਏ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਅਸੀਂ ਰਾਤ ਨੂੰ ਗਏ ਹਾਂ ਜੀ, ਚੇਤਾ ਆ ਗਿਆ ਮੈਨੂੰ। ਤੇ ਕਿਉਂ ਮਹਾਰਾਜ ਜੀ ਦੀ ਮਿਹਰ ਨਾਲ ਕਰਦੇ ਰਹਿੰਦਾ, ਫਿਰ ਚੇਤਾ ਨਹੀਂ ਰਹਿੰਦਾ ਵੀ ਕਿਹੜਾ ਦਿਨ ਹੈ ਤੇ ਕਿਹੜਾ ਪੁਰਬ ਜੀ। ਪਰ ਗਏ ਹਾਂ ਵਿਸਾਖੀ ਵਾਲੇ ਦਿਨ ਜੀ। ਤੇ ਦੀਵਾਲੀ ਤੇ ਭਾਈ ਇੰਦਰਜੀਤ ਸਿੰਘ ਨਾਰੰਗ ਹੁੰਦੇ ਸੀਗੇ ਇੱਥੇ, ਉਹਨਾਂ ਕਥਾ ਸੁਣੀ ਸੀਗੀ ਜੀ। ਤੇ ਇਹ 2 ਦਿਨ ਨਹੀਂ ਉਹ ਮਿਸ ਕੀਤੇ ਜੀ ਉਹਨਾਂ ਨੇ ਕਦੇ। ਦੀਵਾਲੀ, ਵਿਸਾਖੀ ਤੇ ਦਰਬਾਰ ਸਾਹਿਬ ਇਸ਼ਨਾਨ ਕਰਨਾ ਹੀ ਕਰਨਾ ਜੀ। ਆਖੋ ਵਾਹਿਗੁਰੂ। ਬੀਬੀਆਂ ਚ ਕੌਣ ਕੌਣ ਗਿਆ ਸੀ? 2 ਹੋਰ 3 ਬੀਬੀਆਂ ਗਈਆਂ ਨੇ। ਸ਼ਾਬਾਸ਼। ਹੈਂ, ਬਾਕੀਆਂ ਨੂੰ ਵੀ ਜਾਣਾ ਚਾਹੀਦਾ ਜੀ। ਫਿਰ ਪੜ ਪੜ ਆਨ ਸੁਦਾਸਰ ਦੀਪ ਮਾਲ ਬੈਸਾਖੀ ਜਾਨ। ਦੀਵਾਲੀ ਤੇ ਵਿਸਾਖੀ ਤੇ ਹਾਂਜੀ ਆਨ ਸੁਦਾਸਰ ਕਰਹੁ ਇਸ਼ਨਾਨ। ਮਹਾਰਾਜ ਕਹਿੰਦੇ ਦਰਬਾਰ ਸਾਹਿਬ ਆ ਕੇ ਇਸ਼ਨਾਨ ਕਰਿਆ ਕਰੋ। ਇਹ 2 ਦਿਨ ਐਸੇ ਮਹਾਰਾਜ ਨੇ ਦੱਸੇ ਨੇ ਜਦੋਂ 68 ਤੀਰਥ ਹਰਿਮੰਦਰ ਸਾਹਿਬ ਆ ਕੇ ਹਾਜ਼ਰੀ ਭਰਦੇ ਨੇ ਜੀ। ਦੀਵਾਲੀ ਵਿਸਾਖੀ ਤੇ ਜੀ। ਹਾਂਜੀ। ਪੁਰ ਸੁਲਤਾਨ ਮੇਲ ਸਿੱਖ ਭਾਰਾ। ਸੁਲਤਾਨਪੁਰ ਦੇ ਸਾਰੇ ਸਿੱਖ ਮਹਾਰਾਜ ਕਹਿੰਦੇ ਮਿਲ ਕੇ ਕਰਿਓ ਗੁਰੂ ਨੇ ਭਗਤ ਭੰਡਾਰਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤੁਹਾਡੇ ਤੇ ਸੁਲਤਾਨਪੁਰ ਚ ਰੌਣਕਾਂ ਹੀ ਬੜੀਆਂ, ਉੱਥੇ ਮਹਾਰਾਜ ਨੇ ਭਾਗ ਹੀ ਬੜੇ ਲਾਏ। ਗੁਰੂ ਨਾਨਕ ਦੇਵ ਜੀ ਨੇ ਕਿੰਨਾ ਚਿਰ ਗੁਰੂ ਨਾਨਕ ਸਾਹਿਬ ਰਹੇ ਜੀ ਉੱਥੇ। ਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦੀ ਪੰਕਤੀ, ਸੋਈ ਸੁਹਾਵਾ ਥਾਨ ਜਿੱਥੇ ਪ੍ਰਿਏ ਨਾਨਕ ਜੀ ਤੂੰ ਵਠਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਿਓ ਗੁਰੂ ਨੇ ਭਗਤ ਭੰਡਾਰਾ। ਉੱਥੇ ਤਾਂ ਭਗਤੀ ਦੇ ਭੰਡਾਰੇ ਭਰੇ ਗੁਰੂ ਨਾਨਕ ਦੇਵ ਜੀ ਨੇ। ਹਾਂਜੀ। ਦੀਪਾ ਹੁਤੋ ਕਾਸਰਾ ਰੂਰ। ਹਾਂ, ਦੀਪਾ ਕਾਸਰਾ ਨਾਮੀ ਸਿੱਖ ਸੀਗਾ ਮਹਾਰਾਜ ਕਹਿੰਦੇ ਉੱਥੇ। ਹਾਂਜੀ। ਸ਼੍ਰੀ ਅਰਜਨ ਕੇ ਰਹਿਤ ਹਜੂਰ। ਤੇ ਮਹਾਰਾਜ ਕਹਿਣ ਲੱਗੇ ਉਹ ਸਾਡੇ ਕੋਲ ਰਹਿੰਦਾ, ਬੜਾ ਚੰਗਾ ਹੈ। ਤੇ ਦੀਪਾ ਕਾਸਰਾ ਜੀ ਦਾ ਹੋਰ ਪ੍ਰਸੰਗ ਹੈ ਇੱਕ, ਉਹ ਫਿਰ ਸਾਧ ਸੰਗਤ ਜੀ ਅੱਗੇ ਸੁਣਾਂਗੇ ਆਪਾਂ। ਭਾਈ ਦੀਪਾ ਕਾਸਰਾ, ਦੀਵੇ ਤੇ ਨਾਮ ਜੀ ਉਹਨਾਂ ਦਾ ਜੀ। ਬੜਿਆਂ ਦਾ ਨਾਮ ਦੀਪਾ ਹੁੰਦਾ ਜੀ ਸਾਡੇ ਇੱਥੇ, ਪਰ ਨਾਮ ਹੀ ਦੀਪਾ ਹੁੰਦਾ, ਦੀਵੇ ਨਹੀਂ ਚ ਹੁੰਦੇ। ਹੁੰਦੇ ਤਾਂ ਬੁਝੇ ਨੇ ਜੀ। ਹਾਂਜੀ, ਨਾਮ ਦੀਪ ਹੈ, ਦੀਪਾ ਹੈ, ਹੁੰਦੇ ਬੁਝੇ ਜੇ ਹੋ। ਆ ਵੇਖਿਓ ਭਾਈ ਦੀਪੇ ਕਾਸਰੇ ਦੀ ਕਥਾ ਮਹਾਰਾਜ ਨੇ ਕਰਨੀ ਚ। ਬੜਾ ਵਧੀਆ ਦੀਪਾ ਕਾਸਰਾ ਸਿੱਖ ਜੀ ਮਹਾਰਾਜ ਦਾ। ਸੋ ਸਾਰੇ ਕੰਮ ਕਰਨੇ ਆ, ਸਦਾ ਬਸਤਰ ਸਾਫ ਸੁਥਰੇ ਪਾਉਣੇ ਤੇ ਚੰਗੇ ਪਾਉਣੇ ਆ, ਚੰਗੇ ਪਾਉਣੇ ਆ। ਬੰਦਿਆਂ ਦਾ ਪੁਰਸ਼ਾਂ ਦਾ ਤੇ ਬੜਾ ਫਰਕ ਹੈ। ਸਾਡੀਆਂ ਧੀਆਂ ਭੈਣਾਂ ਬੀਬੀਆਂ ਇਹ ਨਹੀਂ ਚੰਗੇ ਕੱਪੜੇ ਪਾਉਂਦੀਆਂ ਜੀ। ਉਹ ਬਾਹਰ ਲਿਖ ਕੇ ਲਾਇਆ ਇਸੇ ਕਰਕੇ ਜੀ, ਮਸਕੀਨ ਜੀ ਦਾ ਬੋਰਡ ਜੀ। ਹੇ ਮੇਰੇ ਵਾਹਿਗੁਰੂ ਬਖਸ਼ ਲਈ। ਧੀ ਧਿਆਣੀ ਮੱਥਾ ਟੇਕ ਰਹੀ ਮਹਾਰਾਜ ਦੀ ਹਾਜ਼ਰੀ 'ਚ। ਹਾਂਜੀ। ਤੇ ਪਿੱਛੋਂ ਨੂੰ ਕਮੀਜ਼ ਆਪਣੀ ਫੜ ਕੇ ਰੱਖਣੀ ਪੈ ਰਹੀ ਵੀ ਉੱਡ ਨਾ ਜਾਵੇ ਜੀ। ਛੋਟੀ ਜੀ ਕਮੀਜ਼ ਪਾਈ। ਭਲੀਏ ਲੋਕੇ ਤੂੰ ਬਸਤਰ ਹੀ ਮਰਿਆਦਾ ਵਾਲੇ ਪਾ। ਗੁਰੂ ਘਰ ਆਉਣਾ ਹੈ, ਬਸਤਰ ਹੀ ਮਰਿਆਦਾ ਵਾਲੇ ਪਾਓ। ਬਸਤਰ ਮਰਿਆਦਾ ਵਾਲੇ ਹੋਣੇ ਚਾਹੀਦੇ ਹੈ, ਮਰਿਆਦਾ ਵਾਲੇ ਹੋਣੇ ਚਾਹੀਦੇ ਹੈ। ਇਹਦੇ 'ਚ ਸਾਰਿਆਂ ਦਾ ਹੀ ਭਲਾ ਹੈਗਾ ਜੀ, ਸਾਰਿਆਂ ਦਾ ਹੀ ਭਲਾ ਹੈਗਾ ਜੀ। ਬੰਦਾ ਮਰਿਆਦਾ ਵਾਲੇ ਬਸਤਰ ਪਾਵੇ, ਹਰ ਇੱਕ ਨੂੰ ਸੁੱਖ ਮਿਲਦਾ ਜੀ।
ਚੰਗੇ ਪਰਿਵਾਰਾਂ ਦੀਆਂ ਧੀਆਂ ਬੱਚੀਆਂ ਭੈਣਾਂ ਚੰਗੇ ਚੰਗੇ ਬਸਤਰ ਪਾਉਂਦੀਆਂ ਸੀਗੀਆਂ ਜੀ। ਹਾਂਜੀ, ਜਿਨ੍ਹਾਂ ਨੂੰ ਚੰਗੇ ਪਰਿਵਾਰ ਨਹੀਂ ਸੀ ਨਾ ਸਮਾਜ 'ਚ ਮੰਨਦੇ, ਚਲੋ ਸਮਾਜ ਦੀ ਦੇਣ ਹੈ, ਗੁਰੂ ਘਰ ਦੀ ਤਾਂ ਦੇਣ ਨਹੀਂ ਹੈਗੀ ਹੈ, ਉਹ ਇਹੋ ਜਿਹੇ ਕੱਪੜੇ ਪਾ ਲੈਣੇ। ਹੁਣ ਚੰਗੇ ਚੰਗੇ ਗੁਰਸਿੱਖਾਂ ਦੇ ਪਰਿਵਾਰਾਂ ਦੀਆਂ ਬੱਚੀਆਂ ਮਾੜੇ ਕੱਪੜੇ ਪਾ ਕੇ ਆਉਂਦੀਆਂ ਨੇ, ਇਸ ਤੋਂ ਵੱਧ ਮਾੜੀ ਕੀ ਗੱਲ ਹੋਏਗੀ ਜੀ। ਬਾਹਰ ਲਿਖਿਆ, ਸਾਦੇ ਕੱਪੜੇ ਵੇਖ ਕੇ ਰਾਮ ਚੇਤੇ ਆਉਂਦਾ ਹੈ, ਭੜਕੀਲੇ ਕੱਪੜੇ ਵੇਖ ਕੇ ਕਾਮ ਚੇਤੇ ਆਉਂਦਾ ਹੈ। ਸਾਰਾ ਪ੍ਰਬੰਧ ਤੇ ਬੰਦੇ ਨੇ ਆਪ ਹੀ ਕੀਤਾ ਜੀ, ਫਿਰ ਦੋਸ਼ ਦੂਜੇ ਨੂੰ ਕਿਉਂ ਦੇਣਾ ਜੀ। ਇਸ ਕਰਕੇ ਮਹਾਰਾਜ ਕਹਿੰਦੇ ਪਹਿਰੋ ਚੰਗਾ, ਖਾਓ ਸਾਦਾ, ਜਪੋ ਵਾਹਿਗੁਰੂ ਦਾ ਨਾਮ, ਭਲਾ ਹੋਏਗਾ ਤੁਹਾਡਾ ਜੀ। ਅੱਛਾ, ਚੇਤਾ ਰੱਖਿਓ, ਝੂਠ ਬੋਲ ਕੇ ਕਮਾ ਕੇ ਬੰਦਾ ਪੈਸੇ ਘਰ ਤੇ ਲੈ ਆਉਂਦਾ, ਐਸਾ ਬੰਦਾ ਸੋਚੇ ਮੇਰੀ ਔਲਾਦ ਚੰਗੀ ਹੋਏਗੀ, ਭੁਲੇਖੇ 'ਚ ਜੀ ਰਿਹਾ ਹੈ। ਐਸੇ ਦੀ ਔਲਾਦ ਕਦੀ ਚੰਗੀ ਨਹੀਂ ਹੋ ਸਕਦੀ ਜੀ। ਉਦੋਂ ਤੇ ਬੰਦਾ ਖੁਸ਼ੀ ਖੁਸ਼ੀ ਕਰ ਬਹਿੰਦਾ ਹੈ, ਬਾਅਦ 'ਚ ਪਤਾ ਲੱਗਦਾ ਹੈ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਹੁਣ 2 ਮਿੰਟ ਜਪੀਏ, ਨਾਮ ਕਰੋ ਲੱਖ ਸਿੱਧੇ। ਨਾਮ ਜਪੀਏ ਫਿਰ ਖਿਮਾ ਮੰਗੀਏ। ਸਾਵਧਾਨ ਹੋਵੋ, ਪ੍ਰੇਮ ਨਾਲ ਕਹੋ ਵਾਹਿਗੁਰੂ 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 ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ